ਹੈਲੋ एवरीवन। सो ਅੱਜ ਅਸੀਂ ਡਿਸਕਸ ਕਰਾਂਗੇ ਸੀਟੈਟ ਦੇ ਪੇਪਰ ਵਾਸਤੇ ਅਸੀਂ ਇੱਕ ਸੈਂਪਲ ਪੇਪਰ ਡਿਸਕਸ ਕਰਾਂਗੇ। ਸੋ ਉਸ ਤੋਂ ਪਹਿਲਾਂ ਅਸੀਂ ਪ੍ਰੋਵਾਈਡ ਕਰਦੇ ਹਾਂ ਲਾਈਵ ਕੋਰਸਿਸ। ਸੀਟੈਟ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ, ਜਿਨ੍ਹਾਂ ਨੇ ਫਾਰਮਸ ਨਹੀਂ ਫਿਲ ਕੀਤੇ ਉਹ ਫਾਰਮਸ ਫਿਲ ਕਰ ਲੈਣ। ਐਂਡ 3 ਟਾਈਪ ਆਫ ਤੁਹਾਨੂੰ ਆਪਸ਼ਨਸ ਅਵੇਲੇਬਲ ਨੇ। ਤੁਸੀਂ ਆਫਲਾਈਨ ਕਲਾਸ ਲੈ ਸਕਦੇ ਹੋ, ਆਨਲਾਈਨ ਕਲਾਸ ਲੈ ਸਕਦੇ ਹੋ, ਬੁੱਕਸ ਅਵੇਲੇਬਲ ਨੇ, ਤੁਸੀਂ ਟੈਸਟ ਪੇਪਰਸ ਲੈ ਸਕਦੇ ਹੋ। ਐਂਡ ਹੋਰ ਕੁਐਰੀਜ਼ ਵਾਸਤੇ ਥੱਲੇ ਨੰਬਰ ਗਿਵਨ ਹੈ, ਤੁਸੀਂ ਉਸ ਨੰਬਰ 'ਤੇ ਕਾਲ ਕਰਕੇ ਆਪਣੀ ਕੁਐਰੀਜ਼ ਕਲੀਅਰ ਕਰ ਸਕਦੇ ਹੋ। ਬਿਕਾਜ਼ ਪੜ੍ਹਾਈ ਹੀ ਤੁਹਾਡੀ ਜ਼ਿੰਦਗੀ ਬਣਾ ਸਕਦੀ ਹੈ। ਐਂਡ ਲੈਟਸ ਸਟਾਰਟ ਵਿਦ ਦ ਪੇਪਰ। ਸੋ ਪੇਪਰ ਦੇ ਵਿੱਚ ਜਿਹੜੀ ਸਭ ਤੋਂ ਫਰਸਟ ਚੀਜ਼ ਅਸੀਂ ਡਿਸਕਸ ਕਰਾਂਗੇ ਉਹ ਹੈਗੀ ਹੈ ਪੈਸੇਜ। ਪੈਸੇਜ ਦੇ ਵਿੱਚ ਕੀ ਹੈ? ਰੀਡ ਦ ਪੈਸੇਜ ਗਿਵਨ ਬਿਲੋ ਐਂਡ ਆਨਸਰ ਦ ਕੁਐਸਚਨ ਹੈਗਾ 1 to 9 ਦੈਟ ਫੋਲੋਜ਼ ਬਾਈ ਸਿਲੈਕਟਿੰਗ ਦ ਕਰੈਕਟ ਜਾਂ ਮੋਸਟ ਐਪਰੋਪਰੀਏਟ ਆਪਸ਼ਨ। ਹੁਣ ਪੈਸੇਜ ਵਿੱਚ ਬੇਸਿਕਲੀ ਕੀ ਹੁੰਦਾ ਕਿ ਪੈਸੇਜ ਗਿਵਨ ਹੁੰਦਾ, ਉਹ ਪੈਸੇਜ ਨੂੰ ਪੜ੍ਹਨ ਤੋਂ ਬਾਅਦ ਉਸ ਤੋਂ ਬਾਅਦ ਕੁਝ ਕੁਐਸਚਨਸ ਗਿਵਨ ਹੁੰਦੇ ਨੇ। ਉਹ ਕੁਐਸਚਨਸ ਦੇ ਵਿੱਚ ਕੀ ਹੈ ਕਿ ਉਹ ਪੈਸੇਜ ਵਿੱਚੋਂ ਹੀ ਗਿਵਨ ਹੁੰਦੇ ਨੇ, ਤਾਂ ਉਹਨਾਂ ਤੁਹਾਨੂੰ 4 ਆਪਸ਼ਨਸ ਦਿੱਤੀਆਂ ਹੁੰਦੀਆਂ ਨੇ। ਉਹ ਆਪਸ਼ਨਸ ਜਿਹੜੀਆਂ ਹੋਣਗੀਆਂ ਉਹ ਹੁਣ ਐਕਚੁਅਲ ਵਿੱਚ ਤੁਹਾਡੇ ਪੈਸੇਜ ਵਿੱਚੋਂ ਹੀ ਨਿਕਲੀਆਂ ਹੁੰਦੀਆਂ ਨੇ। ਉਹਨਾਂ ਵਿੱਚ ਕੋਈ ਕਰੈਕਟ ਆਪਸ਼ਨ ਹੋਏਗੀ, ਉਹਨੂੰ ਤੁਸੀਂ ਕੀ ਕਰੋਗੇ? ਟਿਕ ਕਰੋਗੇ। ਹੁਣ ਉਹਨਾਂ ਕੁਐਸਚਨਸ ਨੂੰ ਕਰਨ ਦਾ ਇੱਕ ਤਰੀਕਾ ਇਹ ਹੈ, ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਇਹ ਹੈ ਕਿ ਪੈਸੇਜ ਨੂੰ ਥੋਰੋ ਪੜ੍ਹਨਾ ਹੈ। ਥੋਰੋ ਮੀਨਸ ਪੂਰੀ ਕੰਸਨਟ੍ਰੇਸ਼ਨ ਨਾਲ ਪੜ੍ਹਨਾ ਹੈ। ਲੈਟਸ ਜਸਟ ਰੀਡ ਦ ਪੈਸੇਜ ਨਾਓ। ਦ ਵੈਰੀ ਨੇਚਰ ਆਫ ਦ ਮਾਈਂਡ ਇਜ਼ ਰੈਸਟਲੈਸਨੈਸ। ਕਹਿੰਦਾ ਵੀ ਜਿਹੜਾ ਆਪਣੇ ਮਾਈਂਡ ਦਾ ਨੇਚਰ ਹੈ ਨਾ, ਉਹ ਹੈਗਾ ਰੈਸਟਲੈਸਨੈਸ। ਮਤਲਬ ਅਸੀਂ ਕੰਸਿਸਟੈਂਟ ਨਹੀਂ ਰਹਿੰਦੇ, ਉਤਾਵਲੇ ਰਹਿੰਦੇ, ਉਤਾਵਲਾਪਨ ਹਮੇਸ਼ਾ ਰਹਿੰਦਾ ਹੈ। ਇਟ ਕੈਨ ਨਾਟ ਸਟੇ ਐਟ ਵਨ ਪਲੇਸ ਔਰ ਹੋਲਡ ਵਨ ਥਾਟ ਫॉर ਲੌਂਗ। ਕਹਿੰਦੇ ਹੁਣ ਉਹ ਇੱਕ ਜਗ੍ਹਾ 'ਤੇ ਨਹੀਂ ਰਹਿ ਸਕਦਾ, ਜਾਂ ਉਹਦਾ ਜਿਹੜਾ ਥਾਟ ਹੈ ਉਹ ਇੱਕ ਥਾਟ ਨੂੰ ਬੜਾ ਲੰਬਾ ਨਹੀਂ ਖਿੱਚ ਸਕਦਾ। ਫॉर ਐਵਰੀ ਥਾਟ ਦੈਟ ਅਪੀਅਰਸ ਦੇਰ ਆਰ ਕਮੈਂਟਸ, ਜਜਮੈਂਟਸ ਐਂਡ ਐਸੋਸੀਏਸ਼ਨਸ। ਹੁਣ ਸਾਡੇ ਮਾਈਂਡ ਦੇ ਵਿੱਚ ਜਿੰਨੇ ਵੀ ਸਾਨੂੰ ਖਿਆਲ ਆਉਂਦੇ ਨੇ, ਆਈਦਰ ਤਾਂ ਕੋਈ ਕਮੈਂਟ ਹੈ ਉਸ 'ਚੋਂ ਨਿਕਲਦਾ, ਜਾਂ ਕੋਈ ਜਜਮੈਂਟ ਹੈ, ਜੱਜ ਕੀਤਾ ਜਾ ਰਿਹਾ ਉਸ 'ਚੋਂ ਨਿਕਲਦਾ, ਜਾਂ ਕਿਸੇ ਨਾਲ ਕੋਈ ਵੀ ਤੁਹਾਡੀ ਐਸੋਸੀਏਸ਼ਨ ਹੈ। Thinking is a continuous activity with the mind jumping from one thought to another from morning till night। ਕਹਿੰਦੇ ਵੀ ਜਿਹੜੀ ਥਿੰਕਿੰਗ ਹੈ ਨਾ, ਜਿੰਨਾ ਕੁਝ ਅਸੀਂ ਸੋਚਦੇ ਹਾਂ, ਉਹ ਇੱਕ ਐਕਟੀਵਿਟੀ ਹੈ, ਕੰਟੀਨਿਊਸ ਐਕਟੀਵਿਟੀ ਹੈ, ਚੱਲਦੀ ਰਹਿੰਦੀ ਹੈ। ਇੱਕ ਥਾਟ ਤੋਂ ਦੂਜੇ ਥਾਟ, ਇੱਕ ਖਿਆਲ ਮਨ 'ਚ ਚੱਲ ਰਿਹਾ ਹੁੰਦਾ, ਨਾਲ ਹੀ ਦੂਜਾ ਫੜਿਆ ਜਾਂਦਾ, ਦੂਜੇ ਤੋਂ ਤੀਜਾ। ਬਹੁਤ ਸਾਰੇ ਲੋਕ ਐਸੇ ਹੁੰਦੇ ਪੂਰੀ ਰਾਤ ਸੋਚਾਂ ਵਿੱਚ ਡੁੱਬੇ ਰਹਿੰਦੇ ਨੇ, ਸਵੇਰ ਤੱਕ ਖਿਆਲਾਂ ਦੇ ਵਿੱਚ ਹੀ ਉਹ ਇੰਡਲਜ ਰਹਿੰਦੇ ਨੇ। ਲਾਈਕ ਕਲਾਊਡਸ ਇਨ ਦ ਸਕਾਈ ਔਰ ਵੇਵਸ ਇਨ ਦ ਓਸ਼ਨ। ਹੁਣ ਇਹਦੇ ਵਿੱਚ ਕੀ ਹੈ? ਕਲਾਊਡਸ ਇਨ ਦ ਸਕਾਈ ਔਰ ਵੇਵਸ ਇਨ ਦ ਓਸ਼ਨ, ਥਾਟਸ ਅਪੀਅਰ ਐਂਡ ਡਿਸਅਪੀਅਰ ਐਜ਼ ਇਫ ਇਨ ਸੀਜ਼ਲੈਸ ਐਕਟੀਵਿਟੀ। ਕਹਿੰਦੇ ਵੀ ਜਿਵੇਂ ਸਕਾਈ ਦੇ ਵਿੱਚ ਕਲਾਊਡਸ ਹੁੰਦੇ ਨੇ, ਕਦੀ ਬੱਦਲ ਆ ਗਏ, ਕਦੀ ਬੱਦਲ ਨਹੀਂ ਹੈਗੇ। ਸਮੁੰਦਰ ਵਿੱਚ ਕੀ ਹੁੰਦੇ ਨੇ? ਵੇਵਸ ਹੁੰਦੀਆਂ ਨੇ, ਲਹਿਰਾਂ ਹੁੰਦੀਆਂ ਨੇ, ਕਦੀ ਹੁੰਦੀਆਂ ਨੇ, ਕਦੀ ਸਮੁੰਦਰ ਸ਼ਾਂਤ ਹੁੰਦਾ ਹੈ, ਕਦੀ ਬਹੁਤ ਲਹਿਰਾਂ ਹੁੰਦੀਆਂ ਨੇ। ਤਾਂ ਐਵੇਂ ਸਾਡੇ ਕੀ ਹੁੰਦੇ ਨੇ? ਥਾਟਸ ਹੁੰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਕਦੀ ਆ ਜਾਂਦੇ ਨੇ, ਕਦੀ ਡਿਸਅਪੀਅਰ ਹੋ ਜਾਂਦੇ ਨੇ, ਐਜ਼ ਇਫ ਇਨ ਅ ਸੀਜ਼ਲੈਸ ਐਕਟੀਵਿਟੀ। ਮਤਲਬ ਅਸੀਂ ਇਹਨਾਂ ਨੂੰ ਬੰਦ ਨਹੀਂ ਕਰ ਸਕਦੇ, ਆਉਂਦੇ ਜਾਂਦੇ ਰਹਿੰਦੇ ਹੁੰਦੇ ਨੇ। However, all thoughts that pass through our mind do not affect us। ਹੁਣ ਇਹਦੇ ਵਿੱਚ ਇੱਕ ਲਾਈਨ ਹੈ, ਕਹਿੰਦੇ ਵੀ ਜਿੰਨੇ ਵੀ ਥਾਟ ਸਾਡੇ ਮਨ 'ਚ ਆਉਂਦੇ ਨੇ, ਉਹ ਸਾਰੇ ਦੇ ਸਾਰੇ ਸਾਨੂੰ ਇਫੈਕਟ ਨਹੀਂ ਕਰਦੇ, ਸਾਰੇ ਦੇ ਸਾਰੇ ਸਾਨੂੰ ਨਹੀਂ ਇਫੈਕਟ ਕਰਨਗੇ। ਬਟ ਵੀ ਗੈਟ ਅਫੈਕਟਿਡ ਵੈਨ ਆਰ ਈਗੋ ਇਜ਼ ਹਿਟ। ਹੁਣ ਉਹ ਕਹਿ ਰਿਹਾ ਵੀ ਕਿਹੜੀ ਚੀਜ਼ ਸਾਨੂੰ ਇਫੈਕਟ ਕਰਦੀ ਹੈ? ਕਹਿੰਦੇ ਉਹ ਚੀਜ਼ ਸਾਨੂੰ ਇਫੈਕਟ ਕਰਦੀ ਹੈ ਜਦੋਂ ਸਾਡੀ ਜਿਹੜੀ ਈਗੋ ਹੈ ਉਹ ਕੀ ਹੈ? ਹਿੱਟ ਹੁੰਦੀ ਹੈ। ਹੁਣ ਅਫਕੋਰਸ ਬਹੁਤ ਸਾਰੇ ਖਿਆਲ ਮਨ ਦੇ ਵਿੱਚ ਆਉਣਗੇ, ਸਾਰੇ ਕੁਝ ਖਿਆਲ ਫਾਲਤੂ ਹੁੰਦੇ ਆ, ਅਸੀਂ ਇੰਨਾ ਧਿਆਨ ਨਹੀਂ ਦਿੰਦੇ। ਕੁਝ ਹੁੰਦੇ ਆ ਕਿ ਉਹਨਾਂ 'ਚ ਸਾਡਾ ਮਾਈਂਡ ਸਟਕ ਕਰ ਜਾਂਦਾ ਹੈ। ਤਾਂ ਉਹਨਾਂ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜੇ ਥਾਟਸ ਹੁੰਦੇ ਨੇ ਉਹ ਸਾਡੀ ਈਗੋ ਨੂੰ ਹਿੱਟ ਕਰਦੇ ਨੇ। ਹੁਣ ਕਿਉਂਕਿ ਉਹ ਸਾਡੀ ਈਗੋ ਨੂੰ ਹਿੱਟ ਕਰਦੇ ਨੇ, ਤਾਂ ਕਰਕੇ ਅਸੀਂ ਉਹਨਾਂ 'ਤੇ ਕਾਫੀ ਦੇਰ ਤੱਕ ਸਾਡਾ ਮਾਈਂਡ ਕੀ ਹੈ? ਸਟਿਕਨ ਰਹਿੰਦਾ ਉਹਨਾਂ ਥਾਟਸ ਉੱਤੇ, ਸਪੈਸੀਫਿਕਲੀ ਉਹਨਾਂ ਥਾਟਸ ਉੱਤੇ। then the mind whirls and create a tornado of restlessness within। ਹੁਣ ਕੀ ਕਹਿੰਦੇ ਆ ਵੀ ਫਿਰ ਤੁਹਾਡਾ ਦਿਮਾਗ ਕੀ ਹੈ ਵੀ ਇੱਕ ਚੱਕਰ ਖਾਂਦਾ ਹੈ, ਅਤੇ ਉਹ ਤੁਹਾਡੇ ਦਿਮਾਗ ਦੇ ਅੰਦਰ ਬਹੁਤ ਸਾਰੀ ਰੈਸਟਲੈਸਨੈਸ ਆ ਜਾਂਦੀ ਹੈ, ਬਹੁਤ ਸਾਰੀ ਰੈਸਟਲੈਸਨੈਸ। ਹੁਣ ਉਹ ਰੈਸਟਲੈਸਨੈਸ ਕੀ ਹੁੰਦੀ ਹੈ? ਬੇਸਿਕਲੀ ਉਤਾਵਲਾਪਨ ਆ ਜਾਂਦਾ ਹੈ। ਤੁਸੀਂ ਸਮਝ ਨਹੀਂ ਪਾਉਂਦੇ ਵੀ ਚੱਲ ਕੀ ਰਿਹਾ, ਉਹ ਹੋ ਕੀ ਰਿਹਾ, ਇਹ ਤੁਹਾਡੇ ਨਾਲ ਹੋ ਕੀ ਰਿਹਾ।
A variety of probable scenarios crop up. How dare he insult me? ਹੁਣ ਕਾਫੀ ਸਾਰੇ ਸਿਨਾਰੀਓ ਸਾਡੇ ਮਨ ਦੇ ਵਿੱਚ ਆ ਜਾਂਦੇ ਨੇ ਵੀ ਅਗਰ ਕਿਸੇ ਨੇ ਤੁਹਾਨੂੰ ਕੁਝ ਕਹਿਤਾ ਵੀ ਉਹਦੀ ਹਿੰਮਤ ਕਿਵੇਂ ਹੋਈ ਤੁਹਾਨੂੰ ਕੁਝ ਕਹਿਣ ਦੀ। What does she think of herself? ਉਹ ਆਪਣੇ ਆਪ ਨੂੰ ਕੀ ਸਮਝਦੀ ਹੈ। Where I am not respected, I will not go. ਜਿੱਥੇ ਮੈਨੂੰ ਰਿਸਪੈਕਟ ਨਹੀਂ ਮਿਲ ਰਹੀ ਮੈਂ ਉਸ ਜਗ੍ਹਾ 'ਤੇ ਹੀ ਜਾਣਾ ਨਹੀਂ ਹੈ। If he speaks thus, I will reply so. ਉਹ ਕਹਿੰਦਾ ਵੀ ਅਗਰ ਬੁਲਾਏਗਾ ਤਾਂ ਮੈਂ ਉਹਨੂੰ ਰਿਪਲਾਈ ਕਰੂੰਗਾ ਵਰਨਾ ਨਹੀਂ ਕਰਦਾ। ਐਂਡ ਸੋ ਇਟ ਗੋਜ਼ ਔਨ ਐਂਡ ਔਨ। ਅਤੇ ਇੱਦਾਂ ਹੀ ਸਾਡੇ ਜਿਹੜਾ ਮਾਈਂਡ ਹੈ ਉਹ ਇੱਦਾਂ ਹੀ ਫੰਕਸ਼ਨ ਕਰਦਾ ਹੈ ਤਾਂ ਇੱਦਾਂ ਹੀ ਚੱਲਦਾ ਚਲੀ ਜਾਂਦਾ ਹੈ। We have an inbuilt filter in our mind which chooses the type of thoughts or subjects that we like to brood upon. ਉਹ ਕਹਿੰਦਾ ਕਿ ਸਾਡੇ ਮਾਈਂਡ ਦੇ ਵਿੱਚ ਨਾ ਇੱਕ ਇਨਬਿਲਟ ਫਿਲਟਰ ਹੈ। ਉਹ ਫਿਲਟਰ ਕੀ ਹੈ ਕਿ ਉਹ ਫਿਲਟਰ ਡਿਸਾਈਡ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਜਿਹੜੇ ਥਾਟਸ ਨੇ ਉਹ ਸਾਡੇ ਮਾਈਂਡ ਦੇ ਵਿੱਚ ਜਾਂ ਸਬਜੈਕਟ ਨੇ ਜਿਨ੍ਹਾਂ 'ਤੇ ਸਾਡਾ ਮਾਈਂਡ ਵਰਕ ਕਰਦਾ ਹੈ, ਯਾਨੀ ਜਿਨ੍ਹਾਂ 'ਤੇ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਕੋਈ ਵੀ ਕਿਸੇ ਨੇ ਤੁਹਾਨੂੰ ਕੁਝ ਚੰਗਾ ਕਹਿਤਾ, ਤੁਸੀਂ ਉਸ ਚੀਜ਼ ਨੂੰ ਕਾਫੀ ਅਪਰੀਸ਼ੀਏਟ ਕਰੋਗੇ, ਤੁਹਾਡਾ ਮਾਈਂਡ ਉਸ ਤਰ੍ਹਾਂ ਫਿਲਟਰ ਕਰਕੇ ਤੁਹਾਨੂੰ ਉਸ ਗੱਲ ਨੂੰ ਦੱਸੇਗਾ। ਅਗਰ ਕਿਸੇ ਨੇ ਤੁਹਾਨੂੰ ਕੁਛ ਮਾੜਾ ਕਹਿਤਾ ਤਾਂ ਤੁਹਾਡਾ ਮਾਈਂਡ ਇੱਕਦਮ ਉਸ ਬੰਦੇ ਉੱਤੇ ਹੀ ਟਿਕਿਆ ਰਹੇਗਾ ਵੀ ਇਹਨੇ ਮੈਨੂੰ ਇਹ ਗੱਲ ਕਹਿਤੀ, ਮੇਰੀ ਈਗੋ ਹਰਟ ਹੋ ਗਈ, ਮੈਂ ਕੁਛ ਨਹੀਂ, ਇਹਦਾ ਮੇਰਾ ਕੋਈ ਰਿਸ਼ਤਾ ਨਹੀਂ। We are not born with this filter, but we acquire it over the years with the kind of books we read, the company we keep and the subjects we are interested. ਹੁਣ ਉਹ ਕਹਿੰਦਾ ਹੈ ਵੀ ਅਸੀਂ ਇਸ ਫਿਲਟਰ ਨਾਲ ਬੌਰਨ ਨਹੀਂ ਹੋਏ, ਇਹ ਸਾਨੂੰ ਕੋਈ ਨੈਚੁਰਲੀ ਨਹੀਂ ਮਿਲਿਆ ਵੀ ਅਸੀਂ ਬੌਰਨ ਹੋਏ ਨਾਲ ਹੀ ਫਿਲਟਰ ਤਿਆਰ ਸੀਗਾ। ਇਹ ਐਕਚੁਅਲ ਹੁੰਦਾ ਹੈ ਕਿ ਜਿੰਨਾ ਵੀ ਟਾਈਮ ਲੰਘਦਾ ਜਾਂਦਾ ਹੈ, ਅਸੀਂ ਜਿੰਨੇ ਸਾਡੇ ਐਕਸਪੀਰੀਅੰਸਿਸ ਹੁੰਦੇ ਨੇ, ਬੁੱਕਸ ਜਿੰਨੀਆਂ ਪੜ੍ਹਦੇ ਹਾਂ, ਸਾਡੀ ਕੰਪਨੀ ਕੀ ਹੈ, ਦੋਸਤ ਸਾਡੇ ਕਿਵੇਂ ਹੈ, ਅਤੇ ਸਬਜੈਕਟਸ ਕਿਸ ਤਰ੍ਹਾਂ ਦੇ ਅਸੀਂ ਟੌਪਿਕਸ ਵਿੱਚ ਇੰਟਰਸਟ ਲੈਂਦੇ ਹਾਂ, ਉਹਦੇ ਨਾਲ ਇਹ ਜਿਹੜਾ ਸਾਡਾ ਫਿਲਟਰ ਹੈ ਉਹ ਕੀ ਹੁੰਦਾ, ਉਹ ਤਿਆਰ ਹੁੰਦਾ। That is why some people are obsessed with football, cricket or fashion, while others could not care less for such things. ਹੁਣ ਇਹੀ ਕਾਰਨ ਹੈ, ਉਹ ਦੱਸ ਰਿਹਾ ਵੀ ਕੁਝ ਲੋਕ ਤਾਂ ਬਹੁਤ ਅਬਸੈਸਡ ਹੁੰਦੇ ਨੇ ਫੁੱਟਬਾਲ ਨਾਲ, ਕ੍ਰਿਕਟ ਨਾਲ, ਫੈਸ਼ਨ ਨਾਲ, ਔਰ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਕੋਈ ਫੁੱਟਬਾਲ ਖੇਡ ਰਿਹਾ, ਕਿਸੇ ਨੇ ਕੋਈ ਫੈਸ਼ਨ ਕਰਨਾ ਹੈ, ਕੋਈ ਇੱਕ ਬੰਦਾ ਹੋਏਗਾ ਉਹਨੂੰ ਬਹੁਤ ਫਰਕ ਪਏਗਾ, ਉਸ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖੇਗਾ। ਦੂਸਰੀ ਤਰਫ ਦੂਸਰਾ ਬੰਦਾ ਹੋਏਗਾ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਜੋ ਮਰਜ਼ੀ ਪਾ ਕੇ ਚਲੇ ਜਾਓ। This filter is built day by day by our action, suggestion, teaching and influence of others. ਹੁਣ ਉਹ ਕਹਿੰਦੇ ਕਿ ਜਿਹੜਾ ਫਿਲਟਰ ਹੈ ਨਾ ਉਹ ਡੇ ਬਾਏ ਡੇ ਸਾਡੇ ਨਾਲ ਚੱਲਦਾ ਰਹਿੰਦਾ ਹੈ। ਕਿਵੇਂ? ਸਾਡੇ ਜਿਹੜੇ ਐਕਸ਼ਨਸ ਹੁੰਦੇ ਨੇ, ਕੋਈ ਸੁਜੈਸ਼ਨ ਹੈ, ਕਿਸੇ ਦੀ ਕੋਈ ਸਿੱਖਤ ਹੈ, ਟੀਚਿੰਗ ਹੈ, ਜਾਂ ਅਸੀਂ ਜਿਵੇਂ ਲੋਕਾਂ ਤੋਂ ਇਨਫਲੂਐਂਸ ਹੁੰਦੇ ਹਾਂ। ਵੀ ਕੈਨ ਅਲਟੀਮੇਟਲੀ ਚੂਜ਼ ਆਰ ਓਨ ਫਿਲਟਰ। ਅਸੀਂ ਆਪਣਾ ਫਿਲਟਰ ਆਪ ਚੂਜ਼ ਕਰਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਇਹਦੇ ਵਿੱਚ ਰਹਿਣਾ। ਅਗਰ ਅਸੀਂ ਸੋਚਦੇ ਹਾਂ ਵੀ ਇਸ ਗੱਲ ਦਾ ਜਵਾਬ ਮੈਂ ਦੇਣਾ ਹੀ ਦੇਣਾ, ਅਗਰ ਕਿਸੇ ਨੇ ਤੁਹਾਨੂੰ ਕੁਛ ਕਹਿ ਤਾ ਉਸ ਗੱਲ ਦਾ ਤੁਸੀਂ ਜਵਾਬ ਦੇਣਾ ਹੀ ਦੇਣਾ, ਤਾਂ ਉਹ ਫਿਲਟਰ ਹੈ, ਉਹ ਸਾਡਾ ਆਪਣਾ ਹੈ, ਉਹ ਅਸੀਂ ਚੂਜ਼ ਕੀਤਾ ਹੈ। ਕੋਈ ਬੰਦਾ ਸੋਚਦਾ ਵੀ ਇੰਨੀ ਪਰਵਾਹ ਨਹੀਂ ਕਰਨੀ, ਉਹ ਉਹਦਾ ਫਿਲਟਰ ਹੈ, ਉਹਨੇ ਆਪਣੇ ਆਪ ਸੋਚਣਾ ਹੈ। ਸੋ ਲੈਟ ਅਸ ਲਰਨ ਟੂ ਬਿਲਡ ਆਰ ਫਿਲਟਰ ਵਾਈਜ਼ਲੀ ਐਂਡ ਸਟਰੈਂਥਨ ਡੇਲੀ। ਹੁਣ ਉਹ ਕਹਿੰਦਾ ਵੀ ਚਲੋ ਆਪਣਾ ਫਿਲਟਰ ਸਾਰੇ ਵਾਈਜ਼ਲੀ ਅਤੇ ਡੇਲੀ ਸਟਰੈਂਥ ਨਾਲ ਉਹਨੂੰ ਬਿਲਡ ਕਰੀਏ। ਸੋ ਇਹ ਸੀ ਸਾਡਾ ਪੈਸੇਜ। ਜਦੋਂ ਅਸੀਂ ਪੈਸੇਜ ਪੜ੍ਹਦੇ ਹਾਂ, ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਉਹਦੀ ਇੱਕ ਇੰਟਰਪ੍ਰੀਟੇਸ਼ਨ ਜ਼ਰੂਰ ਕਰੀਏ। ਇੰਟਰਪ੍ਰੀਟੇਸ਼ਨ ਨਾਲ ਕੀ ਹੁੰਦਾ ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਮਝ ਆ ਜਾਂਦੀਆਂ ਨੇ, ਤਾਂ ਕੁਐਸਚਨ ਕਰਨਾ ਸਾਨੂੰ ਬਹੁਤ ਈਜ਼ੀ ਹੋ ਜਾਂਦਾ ਹੈ। ਸੋ ਇਹਦੇ 'ਚ ਫਰਸਟ ਕੁਐਸਚਨ ਹੈ, ਥਾਟਸ ਅਫੈਕਟ ਅਸ ਵੈਨ ਆਰ। ਨੰਬਰ 1 ਹੈ ਜੌਬ ਇਜ਼ ਅਫੈਕਟਡ, ਸਲੀਪ ਇਜ਼ ਡਿਸਟਰਬਡ, ਲਰਨਿੰਗ ਇਜ਼ ਅਫੈਕਟਡ ਜਾਂ ਪ੍ਰਾਈਡ ਇਜ਼ ਹਰਟ। ਪੈਸੇਜ ਦੇ ਵਿੱਚ ਇੱਕ ਸਟਾਰਟਿੰਗ 'ਚ ਲਾਈਨ ਗਿਵਨ ਸੀਗੀ, ਈਗੋ ਇਜ਼ ਹਰਟ। ਸੋ ਈਗੋ ਵੀ ਕੀ ਬੇਸਿਕਲੀ ਕੀ ਹੁੰਦੀ ਹੈ, ਸਾਡਾ ਪ੍ਰਾਈਡ ਹੁੰਦਾ। ਸੋ ਇਹਦਾ ਆਨਸਰ ਕੀ ਰਹੇਗਾ, ਆਨਸਰ 4 ਪ੍ਰਾਈਡ ਇਜ਼ ਹਰਟ। ਸਾਡੇ ਥਾਟਸ ਜਿਹੜੇ ਹੁੰਦੇ ਨੇ ਉਦੋਂ ਹੀ ਇਫੈਕਟ ਕਰਦੇ ਨੇ ਜਦੋਂ ਗੱਲ ਸਾਡੇ ਪ੍ਰਾਈਡ 'ਤੇ ਆਉਂਦੀ ਹੈ। ਸੈਕਿੰਡ ਹੈ ਰੀਡ ਦ ਫੋਲੋਇੰਗ ਸਟੇਟਮੈਂਟਸ। ਪੁਆਇੰਟ ਏ ਹੈਗਾ, ਆਰ ਰੀਡਿੰਗ ਡਿਸਾਈਡਸ ਦ ਫਿਲਟਰ ਇਨ ਆਰ ਮਾਈਂਡ। ਸੈਕਿੰਡ ਹੈਗਾ, ਦ ਫਿਲਟਰ ਇਨ ਆਰ ਮਾਈਂਡ ਕੰਟਰੋਲਸ ਆਰ ਲਾਈਕਸ ਬਟ ਨਾਟ ਡਿਸਲਾਈਕਸ। ਹੁਣ ਇਹਦੇ ਵਿੱਚ ਕੀ ਹੈ, ਅਫਕੋਰਸ ਪੈਰਾਗ੍ਰਾਫਸ ਵਿੱਚ ਪੜ੍ਹ ਕੇ ਹਟਿਆ ਵੀ ਜੋ ਕੁਛ ਅਸੀਂ ਰੀਡ ਕਰਦੇ ਹਾਂ ਉਸ ਤਰ੍ਹਾਂ ਦਾ ਹੀ ਸਾਡਾ ਫਿਲਟਰ ਬਣਦਾ, ਉਸ ਤਰ੍ਹਾਂ ਦਾ ਹੀ ਸਾਡਾ ਮਾਈਂਡ ਡਿਵੈਲਪ ਹੁੰਦਾ। ਸੋ ਪੁਆਇੰਟ ਏ ਤਾਂ ਬਿਲਕੁਲ ਕਰੈਕਟ ਹੈ। ਸੈਕਿੰਡ ਪੁਆਇੰਟ ਹੈਗਾ, ਦ ਫਿਲਟਰ ਇਨ ਆਰ ਮਾਈਂਡ ਕੰਟਰੋਲਸ ਆਰ ਲਾਈਕਸ ਬਟ ਨਾਟ ਡਿਸਲਾਈਕਸ। ਇਹ ਪੈਸੇਜ ਵਿੱਚ ਕਿਤੇ ਗਿਵਨ ਨਹੀਂ ਹੈ ਵੀ ਸਿਰਫ ਉਹ ਇੱਕ ਲਾਈਕਸ ਨੂੰ ਕੰਟਰੋਲ ਕਰਦਾ ਹੈ, ਡਿਸਲਾਈਕਸ ਬਾਰੇ ਗੱਲ ਨਹੀਂ ਕਰਦਾ। ਨੋ, ਅਗਰ ਫਿਲਟਰ ਹੈ, ਕੋਈ ਵੀ ਚੀਜ਼ ਹੈ, ਉਸ ਚੀਜ਼ ਨੂੰ ਪ੍ਰੋਪਰ ਡਿਸਕਸ ਕੀਤਾ ਜਾਏਗਾ। ਸੋ ਇਹਦੇ ਵਿੱਚ ਤੁਹਾਡਾ ਆਨਸਰ ਰਹੇਗਾ ਆਨਸਰ 3, A ਇਜ਼ ਕਰੈਕਟ ਐਂਡ B ਇਜ਼ ਇਨਕਰੈਕਟ, ਕਿਉਂਕਿ ਇਹ ਤੁਹਾਡੇ ਪੈਸੇਜ ਵਿੱਚ ਗਿਵਨ ਨਹੀਂ ਹੈ। ਸੈਕਿੰਡ ਆਉਂਦਾ ਹੈ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ। ਥਰਡ ਕੁਐਸਚਨ ਹੈਗਾ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ।
नंबर 1 है ईच वन ऑफ अस हैज़ एन इनबॉर्न फिल्टर इन आर माइंड। नंबर 2 है वी लाइक टू बी रिस्पेक्टेड व्हेन वी गो समवेयर। नंबर 3 है द फिल्टर इन आर माइंड इन्फ्लुएंसेस आर एक्शंस। और नंबर 4 है आर थॉट्स डू नॉट रिमेन स्टक एट वन पॉइंट। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪੁਆਇੰਟ ਨੰਬਰ 1 ਦੀ ਕਿ ਜਿਹੜਾ ਸਾਡਾ ਫਿਲਟਰ ਹੈ ਇਨਬੋਰਨ ਹੁੰਦਾ ਹੈ। ਪੈਸੇਜ ਵਿੱਚ ਇਹ ਕਿਤੇ ਵੀ ਗਿਵਨ ਨਹੀਂ ਹੈ ਕਿ ਅਸੀਂ ਇਸ ਫਿਲਟਰ ਨੂੰ ਲੈ ਕੇ ਪੈਦਾ ਹੁੰਦੇ ਹਾਂ। ਇਹ ਫਿਲਟਰ ਵਿਦ ਦ ਟਾਈਮ ਡਿਵੈਲਪ ਹੁੰਦਾ ਹੈ, ਬਣਦਾ ਹੈ ਵਿਦ ਦ ਟਾਈਮ ਸਾਡੇ ਐਕਸ਼ਨਸ ਨਾਲ, ਜੋ ਕੁਝ ਅਸੀਂ ਰੀਡ ਕਰਦੇ ਹਾਂ ਜਾਂ ਜੋ ਵੀ ਅਸੀਂ ਲਾਈਫ ਵਿੱਚ ਐਕਸਪੀਰੀਅੰਸਿਸ ਲੈਂਦੇ ਹਾਂ। ਸੋ ਪੁਆਇੰਟ ਏ ਕੀ ਹੈ, ਨੰਬਰ 1 ਕੀ ਹੈ ਤੁਹਾਡਾ ਇਨਕਰੈਕਟ। ਅਸੀਂ ਇਨਕਰੈਕਟ ਸਟੇਟਮੈਂਟ ਲੱਭਣੀ ਸੀ, ਜੋ ਨੰਬਰ 1 ਤੁਹਾਡੀ ਇਨਕਰੈਕਟ ਹੈ। ਬਾਕੀ 2, 3 ਐਂਡ 4 ਟੋਟਲੀ ਕਰੈਕਟ ਨੇ। क्वेश्चन 4 है विच पार्ट ऑफ स्पीच इज़ द अंडरलाइंड वर्ड इन द फॉलोइंग एक्सप्रैशन बट वी गेट अफेक्टेड। अफेक्टेड पहला हैगा वर्ब, सैकेंड एडजेक्टिव, थर्ड एडवर्ब, फोर्थ हैगा पार्टिकल। हुण अफेक्टेड की है, यानी एक एक्शन होना, अफेक्ट होना, अफेक्ट हो रहा किसी चीज़ का यानी एक्शन हो रहा है। जदों असी एक्शन की गल कर रहे हैं तो मतलब वो की है किरिया। किरिया की होंदी है वर्ब। वर्ब होंदा है एक्शन। एडवर्ब हो गया, एडवर्ब हो गया किसी भी चीज़ का कोई भी एडजैक्टिव है, कोई भी एडजैक्टिव जो कोई भी वर्ड क्वालीफाई करता है वो साडा एडवर्ब होंदा है। एडजैक्टिव की होंदा है विशेषता, किसी भी चीज़ की विशेषता, कोई वधिया है, कोई नहीं वधिया, कोई गुड है, कोई बैड है, कोई इंटैलीजेंट है, ठीक है। सो अफेक्टेड की है तुहाडा वर्ब है, एक्शन है। नेक्स्ट पॉइंट क्वेश्चन नंबर 5 है which part of speech is the underlying word in the following expression? It cannot stay at one place. Number 1 determiner, number 2 pronoun, number 3 particle, number 4 adverb। so ਇਹਦਾ आंसर रहेगा ये हैगा determiner। determiner बेसिकली कुछ वर्ड्स ਹੁੰਦੇ ਨੇ ਜਿਹੜੇ ਨਾउन ਵਾਸਤੇ ਯੂਜ਼ ਹੁੰਦੇ ਨੇ, ਨਾउन ਨੂੰ ਕੁਆਲੀਫਾਈ ਕਰਦੇ ਆ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ, determiner ਕਹਿ ਦਿੰਦੇ ਆ। ਸੋ one place ਇਹ ਕੀ ਹੈ ਤੁਹਾਡਾ determiner। क्वेश्चन 6 हैगा एज इफ इन सीजलैस एक्टिविटी द वर्ड सीजलैस मीनस। कहते भी सीजलैस का मतलब की होंगे। ऑप्शन के तुहाडे कोल हैगा परमानेंट, कॉन्टीन्यूअस, टैंपरेरी ते फ्लॉलेस। सीज करना मतलब होंगे बंद करना, किसी चीज़ नूं रोकना। सीज दे नाल जो सीजलैस लगाता, सीजलैस यानी रोकन, यानी वो कोई चीज़ लगातार चलती जानी। कॉन्टीन्यूअस यानी ना रोकना। सो सीजलैस का मतलब होएगा कॉन्टीन्यूअस, लगातार। नैक्सट आ गया तुहाडे कोल क्रिएट अ टोर्नैडो ऑफ रेस्टलैसनैस। द वर्ड टोर्नैडो हेयर मीनस। नंबर 1 हैगा वाटरफॉल, नंबर 2 हैगा कन्फ्यूजन, नंबर 3 है स्टॉर्म, नंबर 4 हैगा मिक्सचर। टोर्नैडो का मतलब इस केस दे विच हैगा स्टॉर्म। हुण टोर्नैडो की है, तूफान है। माइंड ਦੇ ਵਿੱਚ ਜਦੋਂ ਅਸੀਂ ਜਿੰਨੇ ਵੀ ਸਾਡੇ ਖਿਆਲ ਹੁੰਦੇ ਆ, ਥਾਟਸ ਹੁੰਦੇ ਆ, ਉਹਨਾਂ ਦਾ ਤੂਫਾਨ ਚੱਲ ਰਿਹਾ ਹੁੰਦਾ। ਕੋਈ ਚੰਗੇ ਹੁੰਦੇ ਆ, ਕੋਈ ਮਾੜੇ ਹੁੰਦੇ ਆ, ਬਹੁਤ ਸਾਰੇ ਹੁੰਦੇ ਆ ਜਿਹੜੇ ਅਸੀਂ ਦਿਨ ਰਾਤ ਸੋਚਦੇ ਰਹਿੰਦੇ ਆ। ਸੋ ਟੋਰਨੈਡੋ ਦਾ ਮਤਲਬ ਹੁੰਦਾ ਹੈ ਸਟॉर्म। क्वेश्चन 8 हैगा थॉट्स आर कंपेयर्ड टू। नंबर 1 हैगा कमेंट्स, नंबर 2 जजमेंट्स, नंबर 3 एसोसीएशनस ਤੇ नंबर 4 क्लाउड्स। थॉट्स ਨੂੰ ਅਸੀਂ क्लाउड ਨਾਲ ਪੈਸੇਜ ਵਿੱਚ क्लाउड ਨਾਲ ਕੰਪੇਅਰ ਕੀਤਾ ਹੈ। ਪੁਆਇੰਟ ਸੀਗਾ कि ਜਿਹੜੇ ਕਲਾਊਡਸ ਹੁੰਦੇ ਨੇ ਉਹ ਕਦੀ ਹੁੰਦੇ ਨੇ ਕਦੀ ਨਹੀਂ ਹੁੰਦੇ, ਆਉਂਦੇ ਜਾਂਦੇ ਰਹਿੰਦੇ ਆ, ਮਤਲਬ ਕਦੀ ਹੈਗੇ ਆ ਕਦੀ ਨਹੀਂ ਹੈਗੇ। ਸੋ ਜਿਹੜੇ ਸਾਡੇ ਥਾਟਸ ਹੁੰਦੇ ਉਹ ਵੀ ਸੇਮ ਚੀਜ਼ ਹੈ, ਕਦੀ ਥਾਟ ਆ ਗਿਆ ਕਦੀ ਥਾਟ ਨਹੀਂ ਹੈ। ਸੋ ਇਹਦੀ ਕੰਪੈਰੀਜ਼ਨ ਅਸੀਂ ਕੀਤੀ ਹੈ ਕਲਾਊਡਸ ਦੇ ਨਾਲ। ਕੁਐਸਚਨ 9 ਦੇ ਵਿੱਚ ਤੁਹਾਨੂੰ ਗਿਵਨ ਹੈ ਦ ਪ੍ਰੋਸੈਸ ਆਫ ਥਿੰਕਿੰਗ ਕੰਟੀਨਿਊਜ਼ ਫਰੋਮ ਡੇ ਟੂ ਡੇ, ਵੀਕ ਟੂ ਵੀਕ, ਮੋਰਨਿੰਗ ਟੂ ਨਾਈਟ, ਈਅਰ ਟੂ ਈਅਰ। ਇਹਦਾ ਆਨਸਰ ਸਿੰਪਲੀ ਤੁਹਾਨੂੰ ਪੈਸੇਜ ਵਿੱਚ ਵੀ ਗਿਵਨ ਹੈ, ਉਹ ਹੈਗਾ मॉर्निंग टू नाइट। सो ਇਹਦਾ आंसर रहेगा 3। मॉर्निंग ਸਵੇਰ ਤੋਂ ਲੈ ਕੇ ਰਾਤ ਤੱਕ ਸਾਡੇ ਥਾਟਸ ਕੀ ਨੇ, ਚੱਲਦੇ ਰਹਿੰਦੇ ਆ। ਸੋ 1 ਤੋਂ ਲੈ ਕੇ 9 ਤੱਕ ਤਾਂ ਸੀ ਸਾਡੇ ਪੈਸੇਜ ਕੁਐਸਚਨਸ। ਪੈਸੇਜ ਗਿਵਨ ਸੀ, ਪੈਸੇਜ ਨੂੰ ਅਸੀਂ ਰੀਡ ਕਰਿਆ, ਦੈਨ ਉਸ ਤੋਂ ਬਾਅਦ ਅਸੀਂ ਉਹਦੇ ਕੁਐਸਚਨਸ ਡਿਸਕਸ ਕੀਤੇ। ਸੈਕਿੰਡ ਆਉਂਦਾ ਹੈ ਰੀਡ ਦ ਪੋਮ ਗਿਵਨ ਬਿਲੋ ਐਂਡ ਆਂਸਰ ਦ ਕੁਐਸਚਨਸ। क्वेश्चन 10 to 15 होंगे दैट follow by selecting the correct most appropriate options। ਹੁਣ ਕੀ ਹੈ ਕਿ ਉਹਨਾਂ ਨੇ ਕੀ ਕੀਤਾ ਹੈ ਕਿ ਤੁਸੀਂ ਪੋਇਮ ਗਿਵਨ ਹੈ,
ਉਹਨੂੰ ਪੜ੍ਹਨਾ ਹੈ, ਉਹਨੂੰ ਰੀਡ ਕਰਨਾ ਹੈ। ਦੈਨ ਉਸ ਤੋਂ ਬਾਅਦ ਉਹਦੇ ਰਿਲੇਟਡ ਕੁਐਸਚਨਸ ਗਿਵਨ ਹੋਣਗੇ। ਸੋ ਸਹੀ ਕੁਐਸਚਨਸ ਦੇ ਜੋ ਸਹੀ ਆਨਸਰਸ ਹੋਣਗੇ ਉਹ ਅਸੀਂ ਟਿਕ ਕਰਨੇ ਹੈ। ਲੈਟਸ ਰੀਡ ਦ ਪੋਇਮ ਨਾਓ। That time of year thou mayst in me behold, when yellow leaves or none or few do hang upon those boughs which shake against the cold bare ruined quars, where late the sweet birds sang। ਹੁਣ ਇੱਥੇ ਗੱਲ ਹੋ ਰਹੀ ਹੈ, ਜਿਹੜਾ ਪੋਇਟ ਹੈ, ਪੋਇਟ ਗੱਲ ਕਰ ਰਿਹਾ ਵੀ ਜਿਹੜੇ ਵੀ ਬਰਡਸ ਹੁੰਦੇ ਨੇ ਜਾਂ ਕੋਈ ਵੀ ਚੀਜ਼ ਹੈ, ਕੋਈ ਇੱਕ ਈਅਰ ਦੀ ਗੱਲ ਕਰੇ, ਟਾਈਮ ਆਫ ਈਅਰ ਦੀ। ਹੁਣ ਉਹਨੂੰ ਪਤਾ ਕਿਵੇਂ ਲੱਗੇਗਾ, ਸਾਨੂੰ ਪਤਾ ਕਿਵੇਂ ਲੱਗੇਗਾ ਉਹ ਕਿਹੜੇ ਟਾਈਮ ਆਫ ਈਅਰ ਦੀ ਗੱਲ ਕਰ ਰਿਹਾ। ਵੈਨ ਯੈਲੋ ਲੀਵਸ ਔਰ ਨਨ ਔਰ ਫਿਊ ਡੂ ਹੈਂਗ, ਮਤਲਬ ਜਦੋਂ ਪੱਤੇ ਪੀਲੇ ਹੋਏ ਹੁੰਦੇ ਨੇ ਜਾਂ ਹੁੰਦੇ ਹੀ ਨਹੀਂ ਜਾਂ ਥੋੜ੍ਹੇ ਬਹੁਤੇ ਲੱਗੇ ਹੁੰਦੇ ਨੇ, ਯਾਨੀ ਪਤਝੜ, ਆਟਮ ਦੀ ਗੱਲ ਹੋ ਰਹੀ ਹੈ। ਜਦੋਂ ਵਿੰਟਰ ਆਉਣ ਤੋਂ ਪਹਿਲਾਂ ਜਿਹੜਾ ਮੌਸਮ ਹੁੰਦਾ ਹੈ, ਸਾਰੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਨੇ, ਇਹ ਉਸ ਮੌਸਮ ਦੀ ਗੱਲ ਕਰ ਰਿਹਾ। upon those boughs which shake against the cold bare ruined quars, cold bare ruined quars मतलब ਜਿਹੜੀ ਵੀ ਹਵਾ ਚੱਲਦੀ ਹੈ ਠੰਡੀ ਠੰਡੀ। where late the sweet bird sing, ਤੇ ਪੰਛੀਆਂ ਦੀ ਆਵਾਜ਼, ਪੰਛੀ ਗਾਣਾ ਗਾ ਰਹੇ ਹੁੰਦੇ ਨੇ, ਉਹਨਾਂ ਦੀ ਆਵਾਜ਼ ਆਉਂਦੀ ਹੈ। in me thou seest the twilight of such day as after sunset fadeth in the west, which by and by black night doth take away, ਡੈਥਸ ਸੈਕਿੰਡ ਸੈਲਫ ਦੈਟ ਸੀਲਸ ਅਪ ਆਲ ਇਨ ਰੈਸਟ। ਹੁਣ ਜਦੋਂ ਇਹ ਮੌਸਮ ਹੁੰਦਾ ਹੈ, ਜਿਹੜਾ ਸਾਡਾ ਸਨਸੈਟ ਹੈ ਉਹ ਕੀ ਹੈ, ਸਲੋਲੀ ਫੇਡ ਹੋਣਾ ਸ਼ੁਰੂ ਹੋ ਜਾਂਦਾ, ਸਲੋਲੀ ਦੂਰ ਜਾਣਾ ਸ਼ੁਰੂ ਹੋ ਜਾਂਦਾ ਹੈ। ਦਿਨ ਜਿਹੜਾ ਹੁੰਦਾ ਹੈ, ਦਿਨ ਥੋੜ੍ਹੇ ਛੋਟੇ ਹੋ ਜਾਂਦੇ, ਸਰਦੀਆਂ ਵਿੱਚ ਦਿਨ ਛੋਟੇ ਹੁੰਦੇ, ਰਾਤਾਂ ਲੰਬੀਆਂ ਹੋ ਜਾਂਦੀਆਂ ਨੇ। ਵਿਚ ਬਾਏ ਐਂਡ ਬਾਏ ਬਲੈਕ ਨਾਈਟ ਡੋਟ ਟੇਕ ਅਵੇ, ਮਤਲਬ ਜਿਹੜਾ ਤੁਹਾਡਾ ਦਿਨ ਦਾ ਸੂਰਜ ਹੁੰਦਾ ਹੈ ਉਹ ਕੀ ਹੈ, ਕਾਲੀ ਰਾਤ ਉਹਨੂੰ ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੰਦੀ ਹੈ। ਡੈਥਸ ਸੈਕਿੰਡ ਸੈਲਫ ਦੈਟ ਸੀਲਸ ਅਪ ਆਲ ਇਨ ਰੈਸਟ, ਮਤਲਬ ਇਸ ਤੋਂ ਬਾਅਦ ਉਹ ਕੰਪੈਰੀਜ਼ਨ ਕਰਦਾ ਹੈ, ਜਿਵੇਂ ਡੈਥ ਹੁੰਦੀ ਹੈ ਉਹ ਕੀ ਕਰਦੀ ਹੈ, ਉਹ ਵੀ ਇਸ ਤਰ੍ਹਾਂ ਸੀਲ ਕਰ ਲੈਂਦੀ ਹੈ, ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੰਦੀ ਹੈ। ਇਨ ਮੀ ਥਾਊ ਸੀਸਡ ਦ ਗਲੋਇੰਗ ਆਫ ਸੱਚ ਫਾਇਰ ਦੈਟ ਔਨ ਦ ਐਸ਼ਜ਼ ਆਫ ਹਿਜ਼ ਯੂਥ ਡੋਟ ਲਾਈ। ਉਹ ਕਹਿ ਰਿਹਾ ਕਿ ਉਹਦੇ ਅੰਦਰ ਇੱਕ ਐਸੀ ਅੱਗ ਲੱਗੀ ਹੋਈ ਹੈ ਕਿ ਜਿਹੜਾ ਉਹਦਾ ਯੂਥ ਹੈ, ਜਿੰਨੀ ਵੀ ਸਾਡੀ ਜਵਾਨੀ ਹੁੰਦੀ ਹੈ, ਉਹ ਸਾਡੀ ਐਸ਼ਿਜ਼ 'ਤੇ ਲਾਈ ਕਰਦੀ ਹੈ। ਮਤਲਬ ਐਜ਼ ਦ ਡੈਥ ਬੈਡ ਵੇਅਰ ਅਪੋਨ ਇਟ ਮਸਟ ਐਕਸਪਾਇਰ, ਯਾਨੀ ਜਦੋਂ ਇਨਸਾਨ ਜੰਮਦਾ ਹੈ ਤਾਂ ਉਹਨੇ ਮਰਨਾ ਵੀ ਹੈ, ਤਾਂ ਉਹਦੀ ਮੌਤ ਵੀ ਆਈ ਹੁੰਦੀ ਹੈ ਵੀ ਇੱਕ ਚੰਗਾ ਦਿਨ ਹੈ, ਫਿਰ ਇੱਕ ਕਾਲੀ ਰਾਤ ਆਉਣੀ ਹੈ, ਤਾਂ ਇੱਕ ਚੰਗੀ ਜ਼ਿੰਦਗੀ ਹੈ, ਫਿਰ ਉਸ ਤੋਂ ਬਾਅਦ ਉਹਦੀ ਡੈਥ ਹੋਣੀ ਹੈ। ਵੇਅਰ ਔਨ ਇਟ ਮਸਟ ਐਕਸਪਾਇਰ ਕੰਜ਼ਿਊਮਡ ਵਿਦ ਦੈਟ ਵਿਚ ਇਟ ਵਾਜ਼ ਨਰਿਸ਼ਡ ਬਾਏ। ਕਹਿੰਦਾ ਵੀ ਜਿਹੜੀ ਚੀਜ਼ ਹੈਗੀ ਹੈ, ਪ੍ਰੈਜ਼ੈਂਟ ਹੈਗੀ ਹੈ, ਉਹਨੇ ਐਕਸਪਾਇਰ ਵੀ ਹੋਣੀ ਹੈ, ਤਾਂ ਅਸੀਂ ਜਿਹੜੀ ਉਹ ਸਾਡੀ ਲਾਈਫ ਹੈ ਉਹਨੂੰ ਜਿੰਨਾ ਅਸੀਂ ਕੰਜ਼ਿਊਮ ਕੀਤਾ ਹੈ, ਨਰਿਸ਼ ਕੀਤਾ ਹੈ, ਜਿੰਨੇ ਅੱਛੇ ਢੰਗ ਨਾਲ ਅਸੀਂ ਉਹਨੂੰ ਜੀਆ ਹੈ, ਤਾਂ ਉਹਨੇ ਇੱਕ ਦਿਨ ਖਤਮ ਵੀ ਹੋਣਾ ਹੈ। ਸੋ ਇਹ ਸੀ ਸਾਡੀ ਪੋਇਮ। ਹੁਣ ਅਸੀਂ ਕਰਦੇ ਹਾਂ ਇਸ ਦੇ ਰਿਲੇਟਡ ਕੁਐਸਚਨਸ। ਦਿਸ ਥਾਊ ਪ੍ਰੋਸੀਸਡ ਵਿਚ ਮੇਕ ਥਾਈ ਲਵ ਮੋਰ ਸਟਰੋਂਗ, ਟੂ ਲਵ ਦੈਟ ਵੈਲ ਵਿਚ ਥਾਊ ਮਸਟ ਲੀਵ ਏਅਰ ਲੌਂਗ। ਉਹ ਕਹਿ ਰਿਹਾ ਵੀ ਜਿਹੜੀ ਇਹ ਚੀਜ਼ਾਂ ਹੁੰਦੀਆਂ ਨੇ ਨਾ, ਇਹ ਸਾਡੇ ਪਿਆਰ ਨੂੰ ਹੋਰ ਸਟਰੋਂਗ ਬਣਾਉਂਦੀਆਂ ਨੇ, ਕਿਉਂਕਿ ਜਦੋਂ ਵੀ ਸਾਡੀ ਲਾਈਫ ਖਤਮ ਹੋ ਰਹੀ ਹੁੰਦੀ ਹੈ ਜਾਂ ਸਾਨੂੰ ਪਤਾ ਹੁੰਦਾ ਜਾਂ ਸਾਨੂੰ ਨਹੀਂ ਵੀ ਪਤਾ ਹੁੰਦਾ, ਤਾਂ ਅਸੀਂ ਕੀ ਕਰਦੇ, ਜਿੰਨਾ ਸਾਡੇ ਕੋਲ ਵਕਤ ਹੁੰਦਾ ਹੈ ਉਹਨੂੰ ਅਸੀਂ ਬਹੁਤ ਹੀ ਇੱਕ ਅੱਛੇ ਢੰਗ ਨਾਲ ਜੀਂਦੇ ਹਾਂ, ਬਹੁਤ ਹੀ ਹਰ ਬੰਦੇ ਨੂੰ ਅਸੀਂ ਪਿਆਰ ਕਰਨਾ ਸ਼ੁਰੂ ਕਰਦੇ ਹਾਂ। ਟੂ ਲਵ ਦੈਟ ਵੈਲ ਵਿਚ ਥਾਊ ਮਸਟ ਲੀਵ ਏਅਰ ਲੌਂਗ, ਕਹਿੰਦੇ ਇੰਨਾ ਪਿਆਰ ਕਰਨ ਲਈ ਤੁਹਾਨੂੰ, ਇੰਨੇ ਪਿਆਰ ਤੋਂ ਬਾਅਦ ਇੱਕ ਦਿਨ ਐਸਾ ਆਉਂਦਾ ਤੁਹਾਨੂੰ ਜਾਣਾ ਵੀ ਪੈਂਦਾ ਹੈ। ਸੋ ਕੁਐਸਚਨ 10 ਹੈਗਾ, ਦ ਪੋਇਟਸ ਲਾਈਫ ਟੂਡੇ ਇਜ਼ ਲਾਈਕ ਡੈਸ਼ ਸੀਜ਼ਨ। ਹੁਣ ਇਹਦੇ ਵਿੱਚ ਤੁਹਾਡਾ ਆਨਸਰ ਰਹੇਗਾ ਵਿੰਟਰ ਸੀਜ਼ਨ। ਵਿੰਟਰ ਸੀਜ਼ਨ ਦੇ ਵਿੱਚ ਜਦੋਂ ਵਿੰਟਰ ਸੀਜ਼ਨ ਆਉਣਾ ਹੁੰਦਾ ਉਹਦੇ ਵਿੱਚ ਕੀ ਹੈ, ਪੱਤੇ ਵਗੈਰਾ ਝੜਨੇ ਸ਼ੁਰੂ ਹੋ ਜਾਂਦੇ ਨੇ। ਆਟਮ ਤੋਂ ਵਿੰਟਰ ਦਾ ਜਿਹੜਾ ਵਿੱਚ ਵਾਲਾ ਸੀਜ਼ਨ ਹੁੰਦਾ ਹੈ, ਵਿੰਟਰ ਦੇ ਵਿੱਚ ਪੂਰੀ ਠੰਡ ਹੋ ਜਾਂਦੀ ਹੈ। ਆਟਮ ਤੋਂ ਵਿੰਟਰ ਦੇ ਵਿੱਚ ਵਾਲਾ ਜਿਹੜਾ ਦਿਨ ਹੁੰਦੇ ਨੇ ਉਹਦੇ ਵਿੱਚ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਨੇ, ਟਰੀਜ਼ ਖਾਲੀ ਹੋ ਜਾਂਦੀਆਂ ਨੇ, ਠੰਡੀ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹਨੂੰ ਅਸੀਂ ਵਿੰਟਰ ਸੀਜ਼ਨ ਹੀ ਕਵਾਂਗੇ। ਇਨ ਦਿਸ ਸੀਜ਼ਨ ਦ ਬ੍ਰਾਂਚਿਸ ਹੈਵ ਡੈਸ਼ ਲੀਵਸ। ਇਹਦੇ ਵਿੱਚ ਹੈਗਾ ਆਪਸ਼ਨ ਫਿਊ, ਸੈਕਿੰਡ ਹੈ ਨੋ, ਨੰਬਰ 1 ਹੈਗਾ ਓਨਲੀ 1, ਨੰਬਰ 2 ਹੈਗਾ ਓਨਲੀ 2, ਨੰਬਰ 3 ਹੈਗਾ ਆਈਦਰ 1 ਔਰ 2, ਜਾਂ 4 ਹੈਗਾ ਨਾਈਦਰ 1 ਔਰ 2। ਹੁਣ ਇਹਦੇ ਵਿੱਚ ਕੀ ਹੈ, ਫਿਊ ਔਰ ਨੋ ਲੀਵਸ, ਯਾਨੀ ਕੁਛ, ਕਈ ਵਾਰ ਕੁਛ ਪੱਤੇ ਹੁੰਦੇ ਆ, ਕੁਛ ਨਹੀਂ ਹੁੰਦੇ। ਸੋ ਆਈਦਰ 1 ਜਾਂ 2। ਵਿੰਟਰ ਸੀਜ਼ਨ ਜਦੋਂ ਆਉਣ ਵਾਲਾ ਹੁੰਦਾ ਹੈ, ਆਟਮ ਵਿੰਟਰ ਦਾ ਵਿੱਚ ਵਾਲਾ ਸੀਜ਼ਨ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦਾ, ਪੱਤਝੜ ਹੁੰਦੀ ਹੈ ਅਤੇ ਪੱਤੇ ਪੀਲੇ ਹੋ ਕੇ ਗਿਰ ਜਾਂਦੇ ਨੇ,
ਤੇ ਠੰਡੀ ਹਵਾ ਚੱਲਦੀ ਹੁੰਦੀ ਹੈ, ਤੇ ਟਰੀਜ਼ ਵਿੱਚ ਟਾਵਾਂ ਪੱਤੇ ਰਹਿ ਜਾਂਦੇ ਨੇ ਜਾਂ ਜਮਾ ਹੀ ਨਹੀਂ ਹੁੰਦੇ। ਸੋ ਆਈਦਰ 1 or 2। ਨੈਕਸਟ ਹੈਗਾ what did the branches of the trees enjoy earlier। ਹੁਣ ਉਹ ਜਿਹੜੀ ਟਰੀਜ਼ ਦੀ ਬ੍ਰਾਂਚਿਸ ਨੇ ਉਹਨਾਂ ਨੇ ਕੀ ਪਹਿਲਾਂ ਇੰਜੋਏ ਕੀਤਾ। ਨੰਬਰ 1 ਹੈਗਾ a ruined group of singers। ਨੰਬਰ 2 ਹੈਗਾ sweet songs of birds। ਨੰਬਰ 3 ਹੈਗਾ bright light of the sun ਐਂਡ ਨੰਬਰ 4 ਹੈਗਾ darkness after the sunset। ਹੁਣ ਜਿਹੜੀ ਟਰੀਜ਼ ਦੀ ਬ੍ਰਾਂਚਿਸ ਨੇ ਉਹ ਕੀ ਇੰਜੋਏ ਕੀਤੀਆਂ ਉਹਨਾਂ ਨੇ, ਸਵੀਟ ਸੌਂਗ ਆਫ ਬਰਡਸ ਦਾ ਸਵੀਟ ਸੌਂਗ। ਪੋਇਮ ਦੇ ਵਿੱਚ ਇੱਕ ਪੁਆਇੰਟ ਸੀਗਾ, ਲਾਈਨ ਸੀ ਕਿ ਬਰਡਸ ਗਾਣਾ ਗਾਉਂਦੇ ਨੇ, ਸਵੀਟ ਗਾਣਾ ਗਾਉਂਦੇ ਨੇ। ਸੋ ਇਹੀ ਹੁੰਦਾ ਕਿ ਟਰੀਜ਼ ਦੇ ਵਿੱਚ ਉੱਤੇ ਬ੍ਰਾਂਚਿਸ ਦੇ ਉੱਤੇ ਚਿੜੀਆਂ ਬੈਠੀਆਂ ਹੁੰਦੀਆਂ ਨੇ, ਠੰਡੀ ਹਵਾ ਚੱਲ ਰਹੀ ਹੁੰਦੀ ਹੈ, ਪੱਤਝੜ ਹੋਈ ਹੁੰਦੀ ਹੈ, ਪੱਤੇ ਹੁੰਦੇ ਨੇ ਅਤੇ ਚਿੜੀਆਂ ਆਪਣੀਆਂ ਰਾਈਮ ਕਰ ਰਹੀਆਂ ਹੁੰਦੀਆਂ ਨੇ, ਗਾਣੇ ਗਾ ਰਹੀਆਂ ਹੁੰਦੀਆਂ। ਸੋ ਇਹਦਾ ਆਨਸਰ ਰਹੇਗਾ 2। ਨੰਬਰ 13 ਹੈਗਾ what does death's second self stand for। ਉਹ ਕਹਿ ਰਿਹਾ ਵੀ ਇੱਥੇ ਡੈਥ ਦਾ ਸੈਕਿੰਡ ਸੈਲਫ ਦਾ ਕੀ ਮਤਲਬ ਹੈ। ਨੰਬਰ 1 ਹੈਗਾ sleep that gives rest। ਨੰਬਰ 2 ਹੈਗਾ a dying fire। ਨੰਬਰ 3 ashes of one's youth। ਨੰਬਰ 4 ਹੈਗਾ setting sun। ਹੁਣ ਡੈਥਸ ਸੈਕਿੰਡ ਸੈਲਫ ਦਾ ਮਤਲਬ ਹੁੰਦਾ ਹੈ sleep that gives rest, ਮਤਲਬ ਐਸੀ ਨੀਂਦ ਸੋ ਜਾਣਾ ਜਿਹਦੇ ਵਿੱਚ ਤੁਹਾਨੂੰ ਬਹੁਤ ਆਰਾਮ ਹੈ। ਹੁਣ ਆ ਗਿਆ ਨੰਬਰ 14, ਕੁਐਸਚਨ 14 ਹੈਗਾ that on the ashes of his youth doth lie which figure of speech has been used in the underlined phrase। ਨੰਬਰ 1 ਹੈਗਾ simile। ਨੰਬਰ 2 ਹੈਗਾ metaphor। ਨੰਬਰ 3 ਹੈਗਾ personification। ਨੰਬਰ 4 ਹੈਗਾ alliteration। ਹੁਣ metaphor ਇਹਦਾ ਆਨਸਰ ਹੈਗਾ ਇਹਦੇ ਵਿੱਚ metaphor। ਕੁਐਸਚਨ ਇਹ ਹੈ ਕਿ ਮੈਟਾਫਰ ਦਾ ਮਤਲਬ ਕੀ ਹੁੰਦਾ ਹੈ। ਮੈਟਾਫਰ ਬੇਸਿਕਲੀ ਇੱਕ ਫਿਗਰ ਆਫ ਸਪੀਚ ਹੁੰਦੀ ਹੈ ਜਿਹੜੀ ਡਾਇਰੈਕਟਲੀ ਕਿਸੇ ਆਬਜੈਕਟ ਵੱਲ ਦੱਸੀ ਜਾਵੇ। ਐਸ਼ਿਜ਼ ਆਫ ਹਿਜ਼ ਯੂਥ ਡੋਥ ਲਾਈ, ਮਤਲਬ ਉਹ ਆਪਣੀ ਜ਼ਿੰਦਗੀ ਦੀ ਗੱਲ ਕਰ ਰਿਹਾ, ਆਪਣੀ ਜ਼ਿੰਦਗੀ ਦੇ ਯੂਥ ਦੀ ਗੱਲ ਕਰ ਰਿਹਾ। ਸੋ ਉਹਦੇ ਵਾਸਤੇ ਕੀ ਯੂਜ਼ ਕੀਤਾ ਹੈ ਇਹਨਾਂ ਨੇ, ਮੈਟਾਫਰ ਯੂਜ਼ ਕੀਤਾ। ਕੋਈ ਐਸੀ ਇੱਕ ਫਿਗਰ ਆਫ ਸਪੀਚ ਹੁੰਦੀ ਹੈ ਜਿਹੜੀ ਡਾਇਰੈਕਟਲੀ ਕਿਸ ਨੂੰ ਦਿੰਦੀ ਹੈ, ਆਬਜੈਕਟ ਔਰ ਐਕਸ਼ਨ ਟੂ ਵਿਚ ਇਜ਼ ਨਾਟ ਲਿਟਰਲੀ ਐਪਲੀਕੇਬਲ, ਮਤਲਬ ਲਿਟਰਲੀ ਅਪਲਾਈਡ ਨਹੀਂ ਹੁੰਦੀ, ਡਾਇਰੈਕਟ ਤੁਹਾਨੂੰ ਨਹੀਂ ਦੱਸਿਆ ਜਾਂਦਾ, ਬਟ ਇੱਕ ਫਰੇਜ਼ ਨਾਲ ਦੱਸਿਆ ਜਾਂਦਾ ਹੈ। ਜਦੋਂ ਕੋਈ ਵੀ ਗੱਲ ਅਸੀਂ ਇੱਕ ਫਰੇਜ਼ ਨਾਲ ਦੱਸਦੇ ਹਾਂ ਉਹਦਾ ਮਤਲਬ ਹੁੰਦਾ ਹੈ ਮੈਟਾਫਰ ਹੁੰਦੀ ਆ। 15th ਹੈਗਾ ਦ ਥੀਮ ਆਫ ਦ ਪੋਇਮ ਇਜ਼। ਹੁਣ ਇਸ ਦੇ ਵਿੱਚ ਸਾਡੀ ਪੋਇਮ ਦੀ ਥੀਮ ਕੀ ਹੈ। ਨੰਬਰ 1 ਹੈਗਾ ਦ ਆਈਡੀਆ ਆਫ ਡੈਥ। ਨੰਬਰ 2 ਹੈ ਦ ਚੇਂਜ ਆਫ ਸੀਜ਼ਨਸ। ਨੰਬਰ 3 ਲਵ। ਨੰਬਰ 4 ਸੌਂਗਸ ਆਫ ਦ ਬਰਡਸ। ਹੁਣ ਪੂਰੀ ਪੋਇਮ ਦੇ ਵਿੱਚ ਉਹਨੇ ਆਪਣੀ ਯੂਥ ਦੀ ਅਤੇ ਡੈਥ ਦੀ ਗੱਲ ਕੀਤੀ ਹੈ। ਸੋ ਇਹਦੇ ਵਿੱਚ ਜਿਹੜੀ ਸਾਡੀ ਥੀਮ ਹੈਗੀ ਆ ਉਹ ਹੈਗੀ ਦ ਆਈਡੀਆ ਆਫ ਡੈਥ। ਨੈਕਸਟ ਇਹਦੇ ਵਿੱਚ ਆਉਂਦਾ ਹੈ ਜਿੰਨੇ ਵੀ ਅਪਕਮਿੰਗ ਐਗਜ਼ਾਮਸ ਨੇ, ਬੈਂਕ ਐਗਜ਼ਾਮਸ ਹੋ ਗਏ, SSC ਹੋ ਗਏ, ਪੰਜਾਬ ਜੋਬਸ ਹੋ ਗਈਆਂ, ਕੋਈ ਵੀ ਐਗਜ਼ਾਮ ਹੈ, ਅਗਰ ਤੁਸੀਂ ਉਸਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗਿਵਨ ਨੰਬਰਸ 'ਤੇ ਕਾਲ ਕਰਕੇ ਇਨਕੁਆਇਰ ਕਰ ਸਕਦੇ ਹੋ। ਡੈਮੋ ਕਲਾਸਿਸ ਦਿੱਤੀਆਂ ਜਾਣਗੀਆਂ 3 days ਦੀਆਂ। ਅਗਰ ਤੁਸੀਂ ਕੋਈ ਟੈਸਟ ਪੇਪਰਸ ਲੈਣਾ ਚਾਹੁੰਦੇ ਹੋ ਜਾਂ ਬੁੱਕਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ। ਔਨਲਾਈਨ ਕਲਾਸ ਲਾਣਾ ਚਾਹੁੰਦੇ ਹੋ ਜਾਂ ਆਫਲਾइन क्लास लाना चाहते हो, अप टू यू। सिर्फ पढ़ाई ही आपकी ज़िंदगी बदल सकती है। सो कोई भी क्वेरी है तुसी कॉल कर सकते हो गिवन नंबर पे एंड तुहाडी क्वेरी सॉल्व की जाएगी। फिर आंदे असी अपने नैक्सट क्वेश्चन ते। इहदे विच की है, आंसर द फॉलोइंग क्वेश्चनस बाय सिलेक्टिंग द मोस्ट एप्रोप्रिएट ऑप्शन। क्वेश्चन 16 हैगा व्हाट आर द 3 कंपोनेंट्स ऑफ PPP मॉडल ऑफ टीचिंग। 3 ਕੰਪੋਨੈਂਟਸ ਕੀ ਨੇ PPP ਮੋਡਲ ਆਫ ਟੀਚਿੰਗ, ਯਾਨੀ ਟੀਚਿੰਗ ਦਾ ਇੱਕ ਮੋਡਲ ਹੈ PPP। ਹੁਣ ਉਹਦੇ ਵਿੱਚ ਕਿਹੜੀਆਂ 3 ਚੀਜ਼ਾਂ ਆਉਂਦੀਆਂ ਨੇ। ਨੰਬਰ 1 ਹੈਗਾ ਪ੍ਰੈਜ਼ੈਂਟ, ਪ੍ਰੈਕਟਿਸ, ਪ੍ਰੋਡਿਊਸ। ਨੰਬਰ 2 ਹੈਗਾ ਪ੍ਰੋਡਕਟ, ਪ੍ਰੈਕਟਿਸ, ਪ੍ਰੈਜ਼ੈਂਟ। ਨੰਬਰ 3 ਹੈਗਾ ਪ੍ਰੀ ਟੀਚਿੰਗ, ਪ੍ਰੈਕਟਿਸ ਟੀਚਿੰਗ, ਪ੍ਰੋਡਕਟ ਰਿਜ਼ਲਟ। ਨੰਬਰ 4 ਹੈਗਾ ਪ੍ਰੀ ਕੰਸੈਪਸ਼ਨ, ਪ੍ਰੈਕਟਿਸ ਬਾਈ ਟੀਚਰ, ਪੋਸਟ ਕੰਸੈਪਸ਼ਨ। ਸੋ ਇਸ ਦਾ ਜਿਹੜਾ ਆਨਸਰ ਹੈ ਉਹ ਰਹੇਗਾ ਪ੍ਰੈਜ਼ੈਂਟ, ਪ੍ਰੈਕਟਿਸ ਐਂਡ ਪ੍ਰੋਡਿਊਸ। ਇਹਦਾ ਮਤਲਬ ਕੀ ਹੋਇਆ, ਪਹਿਲਾਂ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੋ, ਫਿਰ ਪ੍ਰੈਕਟਿਸ ਕਰੋ, ਦੈਨ ਕੀ ਕਰੋ ਪ੍ਰੋਡਿਊਸ। ਪ੍ਰੋਡਿਊਸ ਦਾ ਇਹਦੇ ਵਿੱਚ ਮਤਲਬ ਹੈਗਾ ਰਿਜ਼ਲਟ ਦਿਓ। ਸੋ ਜਿਹੜਾ PPE ਮੋਡਲ ਆਫ ਟੀਚਿੰਗ ਹੈ
वो नंबर 1 है, प्रेजेंट, प्रैक्टिस एंड प्रोड्यूस। 17 ਤੇ ਆ ਜਾਂਦੇ ਹਾਂ। 17 ਦੇ ਵਿੱਚ ਹੈਗਾ ਅ ਟੀਚਰ ਆਫ ਕਲਾਸ 8 ਡਿਸਕਸਡ ਡਿਟਰਮੀਨਰਸ ਇਨ ਹਰ ਕਲਾਸਰੂਮ ਥਰੂ ਅ ਸ਼ਾਰਟ ਟੈਕਸਟ ਇਨ ਵਿਚ ਡਿਟਰਮੀਨਰਸ ਅਕਰ ਮੈਨੀ ਟਾਈਮਸ। ਹੁਣ ਇੱਕ ਟੀਚਰ ਨੇ 8th ਕਲਾਸ ਦੇ ਟੀਚਰ ਨੇ ਡਿਟਰਮੀਨਰਸ ਡਿਸਕਸ ਕੀਤੇ ਕਲਾਸ ਦੇ ਵਿੱਚ, ਕਿਹਦੇ ਥਰੂ? ਇੱਕ ਸ਼ਾਰਟ ਟੈਕਸਟ ਸੀਗਾ ਉਹਦੇ ਥਰੂ, ਅਤੇ ਬਾਰ-ਬਾਰ ਕਾਫੀ ਸਾਰੇ ਡਿਟਰਮੀਨਰਸ ਅਕਰ ਹੋਏ ਐਂਡ ਲਰਨਰਸ ਵਰ ਮੇਡ ਟੂ ਨੋਟਿਸ ਦੈਮ ਇਨ ਨਿਊਜ਼। ਅਤੇ ਜਿਹੜੇ ਬੱਚੇ ਉਹਨਾਂ ਨੂੰ ਪੜ੍ਹ ਰਹੇ ਸੀ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਨੋਟਿਸ ਕਰਨ ਵੀ ਕਿਹੜੇ ਕਿਵੇਂ ਯੂਜ਼ ਹੋ ਰਹੇ ਨੇ। This was followed by learners using the same in their own language for particular purpose. Teacher, when brought to the notice of the learners, the use of determiners in contexts. ਹੁਣ ਇਹਦੇ ਵਿੱਚ ਕੀ ਹੈ, ਕੁਐਸਚਨ ਆਉਂਦੇ ਹਨ। ਸੋ ਸਭ ਤੋਂ ਪਹਿਲਾ ਕੁਐਸਚਨ ਹੈਗਾ what strategy did the teacher employ in her classroom? ਨੰਬਰ 1 ਹੈਗੇ structured teaching, ਨੰਬਰ 2 ਹੈਗੇ consciousness raising, ਨੰਬਰ 3 ਹੈ task based language teaching, ਨੰਬਰ 4 ਹੈਗਾ ਕਮਿਊਨੀਕਲ ਲੈਂਗੁਏਜ ਟੀਚਿੰਗ। ਹੁਣ ਇਹਦੇ ਵਿੱਚ ਤੁਹਾਡਾ ਜਿਹੜਾ ਆਨਸਰ ਹੈ ਉਹ ਹੈਗਾ ਕੌਨਸ਼ੀਅਸਨੈਸ ਰੇਜ਼ਿੰਗ। ਕੌਨਸ਼ੀਅਸਨੈਸ ਦਾ ਕੀ ਮਤਲਬ ਹੋਏਗਾ? ਕੌਨਸ਼ੀਅਸ ਹੋਣਾ ਮਤਲਬ ਧਿਆਨ ਲਗਾਉਣਾ, ਆਪਣਾ ਫੋਕਸ ਰੱਖਣਾ। ਇਹਦੇ ਵਿੱਚ ਤੁਹਾਨੂੰ ਇੱਕ ਲਾਈਨ ਗਿਵਨ ਹੈ, ਦਿਸ ਵਾਜ਼ ਫੋਲੋਡ ਬਾਈ ਲਰਨਰਸ ਯੂਜ਼ਿੰਗ ਦ ਸੇਮ ਲੈਂਗੁਏਜ ਇਨ ਦੇਅਰ ਓਨ ਲੈਂਗੁਏਜ ਫॉर ਪਰਟੀਕੂਲਰ ਪਰਪਸ ਮੈਨੀ ਟਾਈਮਸ ਐਂਡ ਲਰਨਰਸ ਵਰ ਮੇਡ ਟੂ ਨੋਟਿਸ ਦੈਮ ਇਨ ਯੂਜ਼। ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਵੀ ਇਹ ਚੀਜ਼ ਨੋਟਿਸ ਕਰੋ, ਇਸ ਯੂਸੇਜ ਨੂੰ ਨੋਟਿਸ ਕਰਨਾ ਸਿੱਖੋ, ਤਾਂ ਅਸੀਂ ਉਹਨਾਂ ਨੂੰ ਕੌਨਸ਼ੀਅਸ ਹੋਣ ਲਈ ਕਹਿ ਰਹੇ ਹਾਂ। ਸੋ ਇਹਦਾ ਆਨਸਰ ਕੀ ਰਹੇਗਾ? ਸੈਕਿੰਡ, ਕੌਨਸ਼ੀਅਸਨੈਸ ਰੇਜ਼ਿੰਗ, ਕੌਨਸ਼ੀਅਸਨੈਸ ਰੇਜ਼ ਕਰਨਾ। ਕੁਐਸਚਨ 18 ਤੇ ਆਉਂਦੇ ਹਾਂ। ਕੁਐਸਚਨ 18 ਦੇ ਵਿੱਚ ਹੈਗਾ A teacher found some of the aspects of language learning, example reading with understanding, a text on scientific concepts. ਹੁਣ ਟੀਚਰ ਨੇ ਕੀ ਕੀਤਾ, ਕੁਛ ਲੈਂਗੁਏਜ ਦੇ ਆਸਪੈਕਟ ਫਾਊਂਡ ਸਮ ਆਫ ਦਾ ਆਸਪੈਕਟ ਆਫ ਲੈਂਗੁਏਜ ਲਰਨਿੰਗ। ਉਹਨਾਂ ਨੇ ਲੈਂਗੁਏਜ ਲਰਨ ਦੇ ਕੁਛ ਆਸਪੈਕਟਸ ਲੱਭੇ, ਜਿਵੇਂ ਕਿ ਰੀਡਿੰਗ ਵਿਦ ਅੰਡਰਸਟੈਂਡਿੰਗ ਅ ਟੈਕਸਟ, ਯਾਨੀ ਜਦੋਂ ਅਸੀਂ ਰੀਡ ਕਰਦੇ ਹਾਂ ਤਾਂ ਅਸੀਂ ਇਕੱਲਾ ਰੀਡ ਨਹੀਂ ਕਰਨਾ, ਅਸੀਂ ਉਸ ਟੈਕਸਟ ਨੂੰ ਨਾਲ ਅੰਡਰਸਟੈਂਡ ਕਰਨਾ ਹੈ, ਸਮਝਣਾ ਹੈ। ਔਨ ਸਾਇੰਟੀਫਿਕ ਕੰਸੈਪਟਸ she decided to pick students who find it difficult on their particular aspects. ਹੁਣ ਟੀਚਰ ਨੇ ਡਿਸਾਈਡ ਕੀਤਾ ਕਿ ਮੈਂ ਉਹ ਸਟੂਡੈਂਟਸ ਨੂੰ ਪਿਕ ਕਰਦੀ ਹਾਂ ਜਿਨ੍ਹਾਂ ਨੂੰ ਪਰਟੀਕੂਲਰ ਇੱਕ ਜਗ੍ਹਾ 'ਤੇ ਡਿਫਿਕਲਟੀਆਂ ਆਉਂਦੀਆਂ। she took separate session for them. ਹੁਣ ਉਹਨਾਂ ਨੇ ਉਹਨਾਂ ਵਾਸਤੇ ਇੱਕ ਸੈਪਰੇਟ ਸੈਸ਼ਨ ਲਿੱਤਾ। them read and understand such text, ਕਿ ਉਹਨਾਂ ਵਾਸਤੇ ਉਹ ਜਿਹੜੇ ਟੈਕਸਟ ਸੀ ਉਹ ਰੀਡ ਕੀਤੇ ਜਾਣ ਅਤੇ ਉਹਨਾਂ ਨੂੰ ਸਮਝਾਇਆ ਜਾਏ। what is she trying to do here? ਹੁਣ ਇੱਥੇ ਟੀਚਰ ਐਕਚੁਅਲ ਵਿੱਚ ਕਰਨਾ ਵੀ ਕੀ ਚਾਹ ਰਿਹਾ? ਨੰਬਰ 1 remedial teaching, number 2 higher order skills, number 3 thinking skills, number 4 feedback teaching. ਹੁਣ ਇਹਦੇ ਵਿੱਚ ਜਿਹੜਾ ਤੁਹਾਡਾ ਆਨਸਰ ਹੈ, ਤੁਹਾਡਾ ਆਨਸਰ ਰਹੇਗਾ remedial teaching। remedial teaching ਬੇਸਿਕਲੀ ਕੀ ਹੁੰਦਾ ਹੈ? ਉਹ ਚੀਜ਼ ਹੁੰਦੀ ਹੈ ਜਦੋਂ ਸਾਡੀ ਕਲਾਸ ਵਿੱਚ ਸਪੋਜ਼ਲੀ 10 ਬੱਚੇ ਬੈਠੇ ਹਨ, 10 ਦੇ ਵਿੱਚੋਂ 3 ਬੱਚੇ ਐਸੇ ਹਨ ਜਿਨ੍ਹਾਂ ਨੂੰ ਨਹੀਂ ਸਮਝ ਆਇਆ, ਸ਼ਾਇਦ ਉਹਨਾਂ ਦੀ ਕਪੈਸਿਟੀ ਤੋਂ ਨਹੀਂ ਸੀਗਾ, ਨਾਲ ਨਹੀਂ ਸੀਗਾ। ਟੀਚਰ ਦਾ ਕੀ ਫਰਜ਼ ਬਣਦਾ? ਟੀਚਰ ਨੇ ਕੀ ਕੀਤਾ, ਉਹ ਬੱਚਿਆਂ ਨੂੰ ਅੱਡ ਕੱਢ ਕੇ ਉਹਨਾਂ ਨੂੰ ਉਹੀ ਚੀਜ਼ ਦੁਬਾਰਾ ਇੱਕ ਨਵੇਂ ਤਰੀਕੇ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਕੋਈ ਵੀ ਲਾਈਨ ਹੈ ਤੁਸੀਂ ਰੀਡ ਕਰਨੀ ਹੈ, ਤੁਸੀਂ ਉਹਨੂੰ ਪੜ੍ਹੋਗੇ, ਨੋਰਮਲੀ ਅਸੀਂ ਉਹਨੂੰ ਰੀਡ ਕਰਦੇ ਹਾਂ, ਬਟ ਉਹਨੂੰ ਪੜ੍ਹੋ ਅਤੇ ਉਹਨੂੰ ਸਮਝੋ ਐਕਚੁਅਲ ਵਿੱਚ ਉਸ ਲਾਈਨ ਦਾ ਮਤਲਬ ਕੀ ਹੈ। ਉਹ ਕੀ ਹੁੰਦੀ ਹੈ? ਸਾਡੀ ਰੈਮੀਡੀਅਲ ਟੀਚਿੰਗ। ਸੋ ਇਹਦਾ ਆਨਸਰ ਰਹੇਗਾ ਨੰਬਰ 1 ਰੈਮੀਡੀਅਲ ਟੀਚਿੰਗ। 19 ਤੇ ਆਉਂਦੇ ਆ। A teacher wanted her students to learn vocabulary effectively. Which of the following ways should she adopt to teach vocabulary in her classroom? ਹੁਣ ਟੀਚਰ ਕੀ ਚਾਹੁੰਦੇ ਸੀ ਉਹਦੇ ਸਟੂਡੈਂਟਸ ਇੱਕ ਇਫੈਕਟਿਵ ਵੇ ਨਾਲ ਵੋਕੈਬਲਰੀ ਲਰਨ ਕਰਨ, ਤਾਂ ਇਹਨਾਂ ਵਿੱਚੋਂ ਕਿਹੜਾ ਵੇ ਹੈ ਜਿਹੜਾ ਟੀਚਰ ਅਡੋਪਟ ਕਰੇਗੀ ਕਲਾਸਰੂਮ ਵਾਸਤੇ? ਨੰਬਰ 1 ਹੈਗਾ ਰਾਈਟ ਆਲ ਦ ਨਿਊ ਵਰਡਸ ਔਨ ਦ ਬਲੈਕ ਬੋਰਡ ਐਂਡ ਰਾਈਟ ਦੇਅਰ ਮੀਨਿੰਗ ਇਨ ਦ ਲੈਂਗੁਏਜ ਆਫ ਟੀਚਿੰਗ। ਵੀ ਸਾਰੇ ਜਿਹੜੇ ਨਿਊ ਵਰਡਸ ਨੇ ਉਹ ਬਲੈਕ ਬੋਰਡ 'ਤੇ ਲਿਖ ਦੇਣੇ ਅਤੇ ਨਾਲ ਹੀ ਉਹਦਾ ਮੀਨਿੰਗ ਲਿਖ ਦੇਣਾ। Second ਹੈਗਾ ask her learners to underline the difficult words in a lesson and find their meanings in their language। ਮਤਲਬ ਆਪਣੇ ਜਿਹੜੇ ਲਰਨਰਸ ਨੇ, ਸਟੂਡੈਂਟਸ ਨੇ, ਉਹਨਾਂ ਨੂੰ ਕਹਿਣਾ ਵੀ ਜੋ ਵੀ ਤੁਸੀਂ ਪੜ੍ਹ ਰਹੇ ਹੋ ਉਹਦੇ ਵਿੱਚੋਂ ਅੰਡਰਲਾਈਨ ਕਰਦੇ ਜਾਓ ਜਿਹੜੇ ਡਿਫਿਕਲਟ ਵਰਡਸ ਨੇ ਅਤੇ ਨਾਲ ਹੀ ਉਹਦਾ ਮੀਨਿੰਗ ਲਿਖ ਲਓ in their own language। ਨੰਬਰ 3 ਹੈ ask them to find the meaning of the words in the dictionary, ਜਾਂ ਡਿਕਸ਼ਨਰੀ ਓਪਨ ਕਰਕੇ ਵਰਡਸ ਦੇ ਮੀਨਿੰਗ ਲੱਭਣੇ ਸ਼ੁਰੂ ਕਰ ਦੇਣੇ। ਨੰਬਰ 4 ਹੈਗਾ ask them to group the words into meaningful categories as use them in real life purposes। ਹੁਣ ਇਹਦੇ ਵਿੱਚ ਜਿਹੜਾ ਤੁਹਾਡਾ ਆਨਸਰ ਹੈ ਉਹ ਹੈਗਾ 4th। ਹੁਣ ਆਨਸਰ 4th ਕਿਵੇਂ ਹੋਇਆ ਕਿ ਕਿਹੜਾ ਟੀਚਰ ਨੇ ਅਡੋਪਟ ਕੀਤਾ?
ਕਿ ਉਹਦੀ ਕਲਾਸਰੂਮ ਦੇ ਵਿੱਚ ਬੱਚੇ ਵੋਕੈਬਲਰੀ ਸਿੱਖ ਪਾਉਣ ਕਿ ਉਹਨਾਂ ਨੇ ਕੀ ਕੀਤਾ ਕਿ ਕੈਟੇਗਰੀਜ਼ ਬਣਾਤੀਆਂ ਵਰਡਸ ਦੀਆਂ। ਕੈਟੇਗਰੀਜ਼ ਬਣਾਉਣ ਤੋਂ ਬਾਅਦ ਉਹਨਾਂ ਨੇ ਇਹ ਚੀਜ਼ ਪ੍ਰੈਕਟਿਸ 'ਚ ਲੈ ਕੇ ਆਏ। ਪ੍ਰੈਕਟਿਸ ਕਿੱਦਾਂ, ਜਦੋਂ ਅਸੀਂ ਕੋਈ ਵੀ ਵਰਡ ਮੀਨਿੰਗ ਲਰਨ ਕਰਦੇ ਹਾਂ ਤਾਂ ਅਸੀਂ ਹੁੰਦਾ ਕਿ ਅਸੀਂ ਨੋਰਮਲੀ ਡਿਕਸ਼ਨਰੀ ਖੋਲ੍ਹੀ, ਇੱਕ ਵਰਡ ਦੇਖਿਆ, ਉਹਦਾ ਮੀਨਿੰਗ ਪਤਾ ਲੱਗ ਗਿਆ, ਉੱਥੇ ਹੀ ਛੱਡਤਾ, ਠੀਕ ਹੈ ਇਹ ਵਰਡ ਦਾ ਇਹ ਮੀਨਿੰਗ ਹੈ, ਉਹ ਸਾਨੂੰ ਨਹੀਂ ਯਾਦ ਰਹੇਗਾ। ਬਟ ਅਗਰ ਅਸੀਂ ਸਪੈਸੀਫਿਕ ਵਰਡ ਆਪਣੇ ਡੇ ਟੂ ਡੇ ਲਾਈਫ ਦੇ ਵਿੱਚ ਯੂਜ਼ ਕਰਾਂਗੇ ਤਾਂ ਉਹ ਸਾਡੇ ਨਾਲ ਨਾਲ ਚੱਲੇਗਾ, ਤਾਂ ਉਹ ਸਾਨੂੰ ਰਿਮੈਂਬਰ ਵੀ ਰਹੇਗਾ, ਯਾਦ ਵੀ ਰਹੇਗਾ ਹਮੇਸ਼ਾ। ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਦਿੰਦੀ ਹਾਂ, ਜਿਵੇਂ ਐਗਜ਼ੈਕਟ ਦਾ ਦੂਸਰਾ ਸਿਨੋਨਿਮ ਹੈਗਾ ਪ੍ਰੀਸਾਈਜ਼ਲੀ। ਸੋ ਯੂਜੂਅਲੀ ਅਸੀਂ ਕੀ ਕਰਦੇ ਹਾਂ, ਐਗਜ਼ੈਕਟਲੀ, ਉਹਨੇ ਉਹ ਗੱਲ ਕਹੀ, ਐਗਜ਼ੈਕਟਲੀ ਮੈਂ ਵੀ ਇਹੀ ਗੱਲ ਕਹੀ ਹੈ। ਹੁਣ ਮੈਂ ਡਿਫਰੈਂਟ ਵਰਡ ਯੂਜ਼ ਕਰਨਾ ਚਾਹੁੰਦੀ ਹਾਂ, ਮੈਂ ਪ੍ਰੀਸਾਈਜ਼ ਯੂਜ਼ ਕਰਨਾ ਚਾਹੁੰਦੀ ਹਾਂ, ਮੈਂ ਕੀ ਕਰਾਂਗੀ, ਜੋ ਮੈਂ ਆਪਣੀ ਡੇ ਟੂ ਡੇ ਲਾਈਫ ਵਿੱਚ ਐਗਜ਼ੈਕਟ ਯੂਜ਼ ਕਰ ਰਹੀ ਹਾਂ ਮੈਂ ਉਹਨੂੰ ਸਾਈਡ 'ਤੇ ਕੱਢ ਕੇ ਉਹਦੀ ਜਗ੍ਹਾ 'ਤੇ ਪ੍ਰੀਸਾਈਜ਼ ਯੂਜ਼ ਕਰਨਾ ਸ਼ੁਰੂ ਕਰ ਦਾਂਗੀ। ਐਗਜ਼ਾਮਪਲ, ਉਹਨੇ ਮੈਨੂੰ ਇਹ ਗੱਲ ਕਹੀ, ਪ੍ਰੀਸਾਈਜ਼ਲੀ ਮੈਂ ਵੀ ਆਹੀ ਗੱਲ ਕਹਿ ਰਹੀ ਸੀ। ਸੋ ਇੱਥੇ ਮੈਂ ਐਗਜ਼ੈਕਟ ਦੀ ਜਗ੍ਹਾ ਪ੍ਰੀਸਾਈਜ਼ਲੀ ਯੂਜ਼ ਕਰਨਾ ਸ਼ੁਰੂ ਕਰਤਾ। ਇਸ ਤਰ੍ਹਾਂ ਕੀ ਹੁੰਦਾ ਕਿ ਸਾਡੀ ਵੋਕੈਬਲਰੀ ਇਨਹੈਂਸ ਹੁੰਦੀ ਹੈ, ਸਾਨੂੰ ਮੀਨਿੰਗਸ ਵੀ ਪਤਾ ਲੱਗਦੇ ਆ। ਸੋ ਜਦੋਂ ਵੀ ਅਸੀਂ ਕਦੀ ਵੋਕੈਬਲਰੀ ਪੜ੍ਹਨੀ ਹੈ ਤਾਂ ਉਦੋਂ ਅਸੀਂ ਉਹਨਾਂ ਵਰਡਸ ਨੂੰ ਆਪਣੀ ਰੀਅਲ ਲਾਈਫ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸੀ ਤੁਹਾਡਾ ਕੁਐਸਚਨ 19। ਹੁਣ 20 ਤੇ ਆਉਂਦੇ ਹਾਂ। 20 ਦੇ ਵਿੱਚ ਹੈਗਾ, A reader gets the hints based on sound symbol correspondence to decode and comprehend the text. What is this known as? Question ਹੈਗਾ ਕਿ ਕੋਈ ਰੀਡਰ ਹੈ, ਉਹਨੂੰ ਹਿੰਟ ਮਿਲਦਾ ਹੈ, gets the hint based on sound symbol correspondence, ਕਿਸੇ ਸਾਊਂਡ ਸਿੰਬਲ ਦੇ ਹਿਸਾਬ ਨਾਲ, to decode and comprehend the text। ਹੁਣ ਉਹਨਾਂ ਨੇ ਟੈਕਸਟ ਦਾ ਮੀਨਿੰਗ ਲੱਭਣਾ ਹੈ, ਡਿਕੋਡ ਕਰਨਾ ਹੈ ਐਂਡ ਕੰਪਰੀਹੈਂਡ ਕਰਨਾ ਹੈ ਵੀ ਐਕਚੁਅਲ ਵਿੱਚ ਟੈਕਸਟ ਹੈ ਕੀ ਹੈ। ਸੋ ਵਾਟ ਇਜ਼ ਦਿਸ ਨੋਨ ਐਜ਼, ਫਿਰ ਅਸੀਂ ਇਸ ਪ੍ਰੋਸੀਜਰ ਨੂੰ ਬੇਸਿਕਲੀ ਕਹਿੰਦੇ ਕੀ ਹਾਂ। ਨੰਬਰ 1 ਹੈਗਾ ਗ੍ਰਾਫਿਕ ਕਿਊਜ਼, ਨੰਬਰ 2 ਹੈਗਾ ਗ੍ਰਾਫੋਫੋਨਿਕ ਕਿਊਜ਼, ਨੰਬਰ 3 ਹੈਗਾ ਮੈਟਾਲਿੰਗੁਇਸਟਿਕ ਕਿਊਜ਼, ਨੰਬਰ 4 ਹੈਗਾ ਸਿੰਟੈਕਟਿਕ ਕਿਊਜ਼। ਜਦੋਂ ਵੀ ਅਸੀਂ ਕਿਸੇ ਸਾਊਂਡ ਦੀ ਗੱਲ ਕਰੀਏ ਨਾ, ਮਤਲਬ ਹਿੰਟ ਹੁੰਦਾ ਇਹ ਪੜ੍ਹਨ ਦਾ ਇੱਕ ਤਰੀਕਾ ਹੁੰਦਾ। ਜਦੋਂ ਕਿਤੇ ਸਾਊਂਡ ਦੀ ਗੱਲ ਹੋ ਰਹੀ ਹੈ, ਸਿੰਬਲ ਦੀ ਗੱਲ ਹੋ ਰਹੀ ਹੈ, ਸਪੈਸੀਫਿਕਲੀ ਸਾਊਂਡ ਦੀ ਗੱਲ ਹੋ ਰਹੀ ਹੈ, ਅਗਰ ਤੁਹਾਡੇ ਆਪਸ਼ਨ ਦੇ ਵਿੱਚ ਕਿਤੇ ਵੀ ਫੋਨਿਕ ਆ ਰਿਹਾ ਹੋਵੇ, ਫੋਰ ਐਗਜ਼ਾਮਪਲ ਸੈਕਿੰਡ ਆ ਰਿਹਾ ਗ੍ਰਾਫੋਫੋਨਿਕ ਕਿਊਜ਼, ਕਿਤੇ ਵੀ ਫੋਨਿਕ ਆ ਰਿਹਾ ਹੋਵੇ, ਸਮਝੋ ਉਹ ਤੁਹਾਡਾ ਕੀ ਹੈ, ਰਾਈਟ ਆਨਸਰ। ਬਿਕਾਜ਼ ਜਿਹੜਾ ਵਰਡ ਫੋਨਿਕ ਹੈ ਉਹ ਦਰਸਾਉਂਦਾ ਹੈ ਸਾਊਂਡ। ਸੋ ਗ੍ਰਾਫੋਫੋਨਿਕ ਕਿਊਜ਼ ਤੁਹਾਡਾ ਕੀ ਹੋਏਗਾ, ਰਾਈਟ ਆਨਸਰ। 21st ਹੈਗਾ, ਇੰਡੀਆਜ਼ ਲੈਂਗੁਏਜ ਇਨ ਐਜੂਕੇਸ਼ਨ ਪੋਲਿਸੀ ਇਜ਼ ਨੋਨ ਐਜ਼, ਨੰਬਰ 1 ਨੈਸ਼ਨਲ ਲੈਂਗੁਏਜ ਫਾਰਮੂਲਾ, ਨੰਬਰ 2 3 ਲੈਂਗੁਏਜ ਫਾਰਮੂਲਾ, ਨੰਬਰ 4 ਲੈਂਗੁਏਜ ਇਨ ਐਜੂਕੇਸ਼ਨ, ਜਾਂ ਨੰਬਰ 4 ऑफिशियल लैंग्वेज पॉलिसी। तो ਇਹਦਾ ਤੁਹਾਡਾ आंसर ਹੈਗਾ 3 लैंग्वेज फार्मूला, इंडियाज़ लैंग्वेज इन एजुकेशन पॉलिसी। ਹੁਣ ਜਿਹੜਾ 3 लैंग्वेज फार्मूला है, ਹੁਣ 3 लैंग्वेज ਜਦੋਂ ਅਸੀਂ फार्मूला ਦੀ ਗੱਲ ਕਰਦੇ ਹਾਂ, ਇਹ ਬੇਸਿਕਲੀ ਆਇਆ ਕਦੋਂ ਸੀ, ਇਹ 1968 ਵਿੱਚ ਨੈਸ਼ਨਲ ਪੋਲਿਸੀ ਰੈਜ਼ੋਲੂਸ਼ਨ ਦੇ ਥਰੂ ਆਇਆ ਸੀਗਾ। ਹੁਣ ਇਹ 3 ਲੈਂਗੁਏਜ ਫਾਰਮੂਲਾ ਹੈ ਕੀ ਹੈ, ਬੇਸਿਕਲੀ ਇੰਡੀਆ ਇੱਕ ਡਾਇਵਰਸ ਕੰਟਰੀ ਹੈ, ਬਹੁਤ ਸਾਰੀ ਲੈਂਗੁਏਜਸ ਨੇ। ਸਭ ਤੋਂ ਪਹਿਲਾਂ ਤੁਹਾਡੀ ਆਉਂਦੀ ਹੈ ਹਿੰਦੀ, ਕਿਉਂ, ਕਿਉਂਕਿ ਨੈਸ਼ਨਲ ਲੈਂਗੁਏਜ ਹੈ। ਸੋ ਹਿੰਦੀ ਤੁਹਾਡੀ ਫਰਸਟ ਲੈਂਗੁਏਜ ਹੋਗੀ, ਸੈਕਿੰਡ ਤੁਹਾਡੀ ਹੋਗੀ ਇੰਗਲਿਸ਼ ਲੈਂਗੁਏਜ, ਤੇ ਥਰਡ ਹੋਗੀ ਕੋਈ ਵੀ ਮੋਡਰਨ ਇੰਡੀਅਨ ਲੈਂਗੁਏਜ। ਸੋ 1 2 3 ਲੈਂਗੁਏਜਸ ਹੋ ਗਈਆਂ, ਪਹਿਲੀ ਹਿੰਦੀ ਹੋ ਗਈ, ਦੂਸਰੀ ਇੰਗਲਿਸ਼ ਹੋ ਗਈ, ਤੇ ਥਰਡ ਕੋਈ ਵੀ ਮੋਡਰਨ ਲੈਂਗੁਏਜ ਹੋ ਗਈ। ਤਾਂ ਇਹਨਾਂ ਨੂੰ ਮਿਲਾ ਕੇ ਅਸੀਂ ਕੀ ਬਣਾਇਆ ਹੈ ਕਿ 3 ਲੈਂਗੁਏਜ ਫਾਰਮੂਲਾ ਬਣਾਤਾ, ਜੋ ਕਿ ਇੰਡੀਆ ਦੇ ਵਿੱਚ ਲੈਂਗੁਏਜ ਐਜੂਕੇਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਤੇ 3 ਜਿਹੜੀ ਥਰਡ ਹੁੰਦੀ ਹੈ ਬੇਸਿਕਲੀ ਆਪਾਂ ਰੀਜਨਲ ਵੀ ਕਹਿ ਦਿੰਦੇ ਹਾਂ, ਕੋਈ ਵੀ ਰੀਜਨਲ। ਫੋਰ ਐਗਜ਼ਾਮਪਲ ਜੇਕਰ ਆਪਾਂ ਪੰਜਾਬ 'ਚ ਰਹਿੰਦੇ ਹਾਂ ਤਾਂ ਹਿੰਦੀ ਵੀ ਪੜ੍ਹਾਂਗੇ ਅਸੀਂ, ਫਿਰ ਦੂਜੇ ਨੰਬਰ 'ਤੇ ਸਾਡੇ ਇੰਗਲਿਸ਼ ਆਏਗੀ ਅਤੇ ਪੰਜਾਬੀ ਵੀ ਪੜ੍ਹਾਂਗੇ। ਰੀਜਨਲ ਲੈਂਗੁਏਜ ਨੂੰ ਵੀ ਉਨੀ ਹੀ ਇੰਪੋਰਟੈਂਸ ਦਿੱਤੀ ਜਾਂਦੀ ਹੈ, ਇਹਨੂੰ ਅਸੀਂ 3 ਲੈਂਗੁਏਜ ਪੋਲਿਸੀ ਕਹਿ ਦਿੰਦੇ ਹਾਂ। ਫਿਰ ਆਉਂਦਾ ਹੈ ਕੁਐਸਚਨ 22 ਦੇ ਵਿੱਚ ਹੈਗਾ, what is the following activity known as in vocabulary learning? Find words which can be befriended the word rain, example heavy rain। ਹੁਣ ਇਹਦੇ ਵਿੱਚ ਤੁਹਾਨੂੰ ਨੰਬਰ 1 ਦਿੱਤਾ ਹੋਇਆ ਕੋਲੋਕੇਸ਼ਨ, ਨੰਬਰ 2 ਦਿੱਤਾ ਹੋਇਆ ਫਰੇਜ਼, ਨੰਬਰ 3 ਦਿੱਤਾ ਹੈ ਵਰਡ ਗਰੁੱਪਸ, ਤੇ ਨੰਬਰ 4 ਦਿੱਤਾ ਹੋਇਆ ਵਰਡ ਵੈਬਸ। ਹੁਣ ਇਹਦੇ ਵਿੱਚ ਤੁਹਾਡਾ ਆਨਸਰ ਕੀ ਰਹੇਗਾ, ਤੁਹਾਡਾ ਆਨਸਰ ਹੈਗਾ ਇਹਦੇ ਵਿੱਚ ਕੋਲੋਕੇਸ਼ਨ। ਹੁਣ ਕੋਲੋਕੇਸ਼ਨ ਕੀ ਹੁੰਦਾ ਹੈ,
ਕੋਲੋਕੇਸ਼ਨ ਬੇਸਿਕਲੀ ਗਰੁੱਪ ਆਫ ਵਰਡਸ ਹੁੰਦੇ ਨੇ ਜਿਹੜੇ ਇੱਕ ਦੂਜੇ ਨਾਲ ਮੈਚ ਕਰਦੇ ਹੁੰਦੇ ਆ, ਮਤਲਬ ਇੱਕ ਦੂਜੇ ਦੇ ਨਾਲ ਹੀ ਆਉਣਗੇ, ਇਕੱਠੇ ਆਉਣਗੇ, ਕੋਈ ਵੀ ਗਰੁੱਪ ਆਫ ਵਰਡ। ਇਹਨਾਂ ਦੇ ਇੱਥੇ ਐਗਜ਼ਾਮਪਲ ਹੁੰਦੀ ਤੇ ਹੈਵੀ ਰੇਨ, ਜਿਵੇਂ ਮੀਂਹ ਹੈ ਤੇ ਮੀਂਹ ਦੇ ਨਾਲ ਵੱਧ ਤੋਂ ਵੱਧ ਅਸੀਂ ਇੱਕ ਹੈਵੀ ਲਗਾ ਸਕਦੇ ਹਾਂ। ਬਾਰਿਸ਼ ਪਈ, ਬਹੁਤ ਤੇਜ਼ ਬਾਰਿਸ਼ ਪਈ, ਤਾਂ ਬਾਰਿਸ਼ ਦੇ ਨਾਲ ਜਿਹੜਾ ਇਕੱਠਾ ਵਰਡ ਆ ਰਿਹਾ ਉਹ ਹੈਵੀ ਆ ਰਿਹਾ, ਹੈਵੀ ਰੇਨ। ਕਿਉਂਕਿ ਰੇਨ ਜਦੋਂ ਅਸੀਂ ਡਿਸਕਸ ਕਰਦੇ ਹਾਂ ਯੂਜਲੀ ਹੈਵੀ ਰੇਨ ਨੂੰ ਜ਼ਿਆਦਾ ਡਿਸਕਸ ਕੀਤਾ ਜਾਂਦਾ। ਮਾੜੀ ਮੋਟੀ ਬਾਰਿਸ਼ ਪਈ ਕੋਈ ਇੰਨਾ ਧਿਆਨ ਨਹੀਂ ਦਿੰਦਾ, ਪਰ ਜਦੋਂ ਬਹੁਤ ਜ਼ਿਆਦਾ ਬਾਰਿਸ਼ ਪੈ ਗਈ ਤਾਂ ਹਰ ਬੰਦੇ ਦਾ ਧਿਆਨ ਜਾਏਗਾ, ਫਿਰ ਉਹ ਗਰੁੱਪ ਆਫ ਵਰਡਸ ਵਿੱਚ ਆ ਜਾਂਦਾ। ਰੇਨ ਦੇ ਨਾਲ ਜਦੋਂ ਅਸੀਂ ਹੈਵੀ ਲਗਾਤਾ, ਹੈਵੀ ਰੇਨ ਇਕੱਠਾ ਆ ਰਿਹਾ, ਸੋ ਉਹਨੂੰ ਅਸੀਂ ਕੀ ਕਵਾਂਗੇ? ਕੋਲੋਕੇਸ਼ਨ। ਕੋਲੋਕੇਸ਼ਨ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਕੋਈ ਵੀ ਗਰੁੱਪ ਆਫ ਵਰਡਸ ਹੋ ਗਏ ਜਿਹੜੇ ਯੂਜਲੀ ਇਕੱਠੇ ਆਉਂਦੇ ਨੇ, ਅਕਰ ਕਰਦੇ ਨੇ ਟੂਗੈਦਰ। ਫੋਰ ਐਗਜ਼ਾਮਪਲ ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ। ਐਗਜ਼ਾਮਪਲ ਹੈਗੀ ਹੈ ਅਰਲੀ ਰਾਈਜ਼ਰ। ਕੋਈ ਬੰਦਾ ਹੈ ਉਹਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਹੈ, ਅਰਲੀ ਰਾਈਜ਼ਰ। ਕਿਉਂਕਿ ਹੁਣ ਇਹਨੂੰ ਅਸੀਂ ਐਕਸਟਰਾ ਕਿਉਂ ਦਿੱਤੀ? ਕਿਉਂਕਿ ਇਹ ਕੀ ਹੈ? ਗੁੱਡ ਹੈਬਿਟ ਹੈ। ਗੁੱਡ ਹੈਬਿਟ ਨੂੰ ਅਸੀਂ ਡਿਸਕਸ ਕਰਾਂਗੇ ਹੀ ਕਰਾਂਗੇ। ਸੋ ਅਰਲੀ ਰਾਈਜ਼ਰ ਕੀ ਹੈ? ਕੋਲੋਕੇਸ਼ਨ ਹੈ, ਗਰੁੱਪ ਆਫ ਵਰਡਸ ਜਿਹੜੇ ਯੂਜਲੀ ਇਕੱਠੇ ਆਉਂਦੇ ਨੇ। ਨੈਕਸਟ ਆਉਂਦੇ ਆ ਕੁਐਸਚਨ 23 ਤੇ। ਹੁਣ ਕੁਐਸਚਨ 23 ਦੇ ਵਿੱਚ ਕੀ ਹੈ? ਅ ਟੀਚਰ ਆਸਕ ਹਰ ਲਰਨਰ ਟੂ ਜੁਆਇਨ ਸੈਂਟੈਂਸਿਸ ਟੂ ਮੇਕ ਅ ਸ਼ਾਰਟ ਪੈਰਾਗ੍ਰਾਫ। ਹੁਣ ਇੱਕ ਟੀਚਰ ਨੇ ਆਪਣੇ ਲਰਨਰਸ ਨੂੰ ਕਿਹਾ ਵੀ ਤੁਸੀਂ ਇੱਕ ਪੈਰਾਗ੍ਰਾਫ ਬਣਾਉਣਾ ਹੈ ਸੈਂਟੈਂਸ ਨੂੰ ਜੁਆਇਨ ਕਰਕੇ। ਇਨਸਰਟਿੰਗ ਸਪਲਾਈਡ ਕਨੈਕਟਰਸ ਐਂਡ ਕੋਹਰੈਂਸ ਮਾਰਕਰਸ ਲਾਈਕ। ਹੁਣ ਉਹਦੇ ਵਿੱਚ ਕੀ ਇਨਸਰਟ ਕਰਨਾ? ਕਨੈਕਟਰਸ, ਕੰਜੰਕਸ਼ਨਸ। ਕਨੈਕਟਰਸ ਹੋ ਗਏ। ਕਨੈਕਟਰਸ ਬੇਸਿਕਲੀ ਕੰਜੰਕਸ਼ਨਸ ਹੁੰਦੇ ਆ ਜਿਹੜੇ ਸੈਂਟੈਂਸਿਸ ਨੂੰ, ਵਰਡਸ ਨੂੰ ਜਾਂ ਫਰੇਜ਼ਸ ਨੂੰ ਕਨੈਕਟ ਕਰਦੇ ਆ, ਜਿਵੇਂ ਬਟ, ਐਂਡ, ਹਾਊਐਵਰ, ਬਿਕਾਜ਼, ਆਲਦੋ, ਐਟਸੈਟਰਾ। ਵਾਟ ਇਜ਼ ਦਿਸ ਅਪਰੋਚ ਟੂ ਰਾਈਟਿੰਗ ਨੋਨ ਐਜ਼? ਹੁਣ ਇਸ ਅਪਰੋਚ ਦਾ ਕੀ ਨਾਮ ਹੈ? ਨੰਬਰ 1 ਹੈਗਾ ਕੰਟਰੋਲ ਕੰਪੋਜੀਸ਼ਨ, ਨੰਬਰ 2 ਹੈਗਾ ਕੰਟਰੋਲਡ ਟੂ ਫ੍ਰੀ ਰਾਈਟਿੰਗ ਅਪਰੋਚ, ਨੰਬਰ 3 ਹੈਗਾ ਫ੍ਰੀ ਰਾਈਟਿੰਗ ਅਪਰੋਚ, ਤੇ ਨੰਬਰ 4 ਹੈਗਾ ਕਮਿਊਨੀਕੇਟਿਵ ਅਪਰੋਚ। ਹੁਣ ਇਹਦੇ ਵਿੱਚ ਤੁਹਾਡਾ ਜਿਹੜਾ ਆਨਸਰ ਹੈ ਉਹ ਰਹੇਗਾ ਸੈਕਿੰਡ, ਕੰਟਰੋਲਡ ਟੂ ਫ੍ਰੀ ਰਾਈਟਿੰਗ ਅਪਰੋਚ। ਹੁਣ ਕੰਟਰੋਲ ਟੂ ਫ੍ਰੀ ਰਾਈਟਿੰਗ ਅਪਰੋਚ ਕੀ ਹੁੰਦਾ? ਇਹਦੇ ਵਿੱਚ ਕੀ ਹੁੰਦਾ? ਸਟੂਡੈਂਟਸ ਨੂੰ ਕੋਈ ਸੈਂਟੈਂਸ ਗਿਵਨ ਹੁੰਦਾ, ਐਕਸਰਸਾਈਜ਼ ਗਿਵਨ ਹੁੰਦੀ ਹੈ ਸੈਂਟੈਂਸਿਸ ਦੀ, ਤਾਂ ਕਿ ਉਹ ਇੱਕ ਪੈਰਾਗ੍ਰਾਫ ਬਣਾ ਸਕਣ। ਹੁਣ ਜਦੋਂ ਪੈਰਾਗ੍ਰਾਫ ਬਣਾਉਣਗੇ ਤਾਂ ਬਹੁਤ ਸਾਰੇ ਕਨੈਕਟਰਸ ਵੀ ਯੂਜ਼ ਕਰਨਗੇ। ਹੁਣ ਜਿਹੜੇ ਕਨੈਕਟਰਸ ਨੇ ਉਹ ਕੰਟਰੋਲ ਕਨੈਕਟਰਸ ਹੈ। ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਕਨੈਕਟਰ ਕਿਤੇ ਨਹੀਂ ਵੜ ਸਕਦੇ, ਉਹਦੀ ਇੱਕ ਸਪੈਸ਼ਲ ਪਲੇਸਮੈਂਟ ਹੋਏਗੀ, ਕੰਟਰੋਲ ਪਲੇਸਮੈਂਟ ਹੋਏਗੀ। ਪਰ ਜਿਹੜੀ ਰਾਈਟਿੰਗ ਅਪਰੋਚ ਹੋਏਗੀ, ਤੁਸੀਂ ਉਹਨੂੰ ਲਿਖਣਾ ਕਿਵੇਂ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਹੋਏਗੀ। ਤੁਸੀਂ ਇਸ ਪੈਰਾਗ੍ਰਾਫ ਨੂੰ ਕਿਵੇਂ ਡਿਸਕਸ ਜਾਂ ਕਿਵੇਂ ਲਿਖਣਾ ਚਾਹੁੰਦੇ ਹੋ। ਹੁਣ ਇਸ ਜਿਹੜੀ ਪੋਲਿਸੀ ਹੈ, ਇਹ ਜਿਹੜੀ ਕੰਟਰੋਲ ਟੂ ਫ੍ਰੀ ਰਾਈਟਿੰਗ ਅਪਰੋਚ ਹੈ, ਇਹਦਾ ਐਕਚੁਅਲ ਤਰੀਕਾ ਕੀ ਹੈ ਜਾਂ ਅਪਰੋਚ ਫੋਕਸ ਕਿਸ ਚੀਜ਼ 'ਤੇ ਕਰਦੀ ਹੈ? ਇਹਦਾ ਫੋਕਸ ਹੈਗਾ ਐਕਿਊਰੇਸੀ 'ਤੇ ਰਾਦਰ ਦੈਨ ਫਲੂਐਂਸੀ। ਇਹਦੇ ਵਿੱਚ ਫਲੂਐਂਸੀ ਨਹੀਂ ਦੇਖੀ ਜਾਂਦੀ, ਇਹਦੇ ਵਿੱਚ ਐਕਿਊਰੇਸੀ ਦੇਖੀ ਜਾਂਦੀ ਕਿ ਤੁਹਾਡੇ ਪੈਰਾ ਵਿੱਚ ਕਿੰਨੀ ਕੁ ਜ਼ਿਆਦਾ ਐਕਿਊਰੇਸੀ ਹੈ, ਕਿਹੜਾ ਵਰਡ ਕਿੱਥੇ ਯੂਜ਼ ਹੋ ਰਿਹਾ। ਦੈਟਸ ਵਾਈ ਇਹਨੂੰ ਅਸੀਂ ਕਹਿੰਦੇ ਹਾਂ ਕੰਟਰੋਲਡ ਟੂ ਫ੍ਰੀ ਰਾਈਟਿੰਗ ਅਪਰੋਚ। ਨੈਕਸਟ ਕੁਐਸਚਨ ਹੈਗਾ ਐਨ ਅਸੈਸਮੈਂਟ ਡਨ ਐਟ ਦੀ ਐਂਡ ਆਫ 6 months of one term is dash। ਕਹਿੰਦੇ ਕੋਈ ਵੀ ਅਸੈਸਮੈਂਟ ਹੈ ਜਦੋਂ ਅਸੀਂ 6 ਮਹੀਨਿਆਂ ਦੇ ਖਤਮ ਹੋਣ 'ਤੇ ਕਰਦੇ ਹਾਂ, ਉਸ ਅਸੈਸਮੈਂਟ ਨੂੰ ਆਫ ਵਨ ਟਰਮ ਕੀ ਕਹਿੰਦੇ ਆ? ਨੰਬਰ 1 ਸਮੇਟਿਵ ਅਸੈਸਮੈਂਟ, ਨੰਬਰ 2 ਫਾਰਮੇਟਿਵ ਅਸੈਸਮੈਂਟ, ਨੰਬਰ 3 ਸਮੈਸਟਰ ਅਸੈਸਮੈਂਟ, ਨੰਬਰ 4 ਰੈਮੀਡੀਅਲ ਅਸੈਸਮੈਂਟ। ਹੁਣ ਇਹਦਾ ਜਿਹੜਾ ਤੁਹਾਡਾ ਆਨਸਰ ਹੈ ਉਹ ਆਨਸਰ ਰਹੇਗਾ ਨੰਬਰ 1 ਸਮੇਟਿਵ ਅਸੈਸਮੈਂਟ। ਸਮੇਟਿਵ ਅਸੈਸਮੈਂਟ ਦਾ ਮਤਲਬ ਹੁੰਦਾ ਕਿ ਉਹ ਅਸੈਸਮੈਂਟ ਹੁੰਦੀ ਹੈ ਜਿਹੜੀ ਫੋਕਸ ਕਰਦੀ ਹੈ ਆਊਟਕਮ 'ਤੇ, ਆਊਟਕਮ ਆਫ ਦ ਪ੍ਰੋਗਰਾਮ, ਕਿ ਆਊਟਕਮ ਕੀ ਨਿਕਲਿਆ। 6 ਮਹੀਨੇ ਦੀ ਅਸੀਂ ਸਟੱਡੀ ਕੀਤੀ, ਇਨ ਦੀ ਐਂਡ ਆਫ ਦ ਜਿਹੜੀ ਤੁਸੀਂ ਅਸੈਸਮੈਂਟ ਲਾਣੀ ਹੈ 6 ਮਹੀਨੇ ਤੋਂ ਬਾਅਦ ਤੁਸੀਂ ਇੱਕ ਅਸੈਸਮੈਂਟ ਲਾਓਗੇ, ਤੁਸੀਂ ਕੀ ਦੇਖੋਗੇ? ਆਊਟਕਮ ਦੇਖੋਗੇ ਵੀ ਆਹ 6 ਮਹੀਨੇ ਦੇ ਵਿੱਚ ਮੇਰਾ ਕੀ ਆਊਟਕਮ ਨਿਕਲਿਆ, ਮੈਂ ਇਹਦੇ ਵਿੱਚੋਂ ਕੀ ਸਿੱਖਿਆ, ਕੀ ਨਹੀਂ ਸਿੱਖਿਆ, ਕੀ ਮੇਰੇ ਮਿਸਟੇਕ ਸੀਗੀਆਂ, ਕੀ ਮੇਰਾ ਕਰੈਕਟ ਸੀਗਾ। ਸੋ ਜਿਹੜਾ ਆਊਟਕਮ ਹੁੰਦਾ ਹੈ ਅਸੀਂ ਉਹਨੂੰ ਕਹਿੰਦੇ ਹਾਂ ਸਮੇਟਿਵ ਅਸੈਸਮੈਂਟ। ਨੈਕਸਟ ਕੁਐਸਚਨ 25 ਕੁਐਸਚਨ ਦੇ ਵਿੱਚ ਕੀ ਹੈ?
A teacher asks her learners of class 8 to read a novel by an Indian author. ਹੁਣ ਇੱਕ ਟੀਚਰ ਆਪਣੇ ਕਲਾਸ 8th ਕਲਾਸ ਦੇ ਲਰਨਰਸ ਨੂੰ ਕਹਿੰਦੇ ਆ ਵੀ ਤੁਸੀਂ ਇੱਕ ਨਾਵਲ ਪੜ੍ਹਨਾ ਹੈ ਬਾय ਐਨ ਇੰਡੀਅਨ ਆਥਰ, ਯਾਨੀ ਕਿਸੇ ਇੰਡੀਅਨ ਆਥਰ ਦਾ ਲਿਖਿਆ ਹੋਇਆ। ਆਸਕ them to write an essay giving their views, ਤੇ ਉਹਨਾਂ ਨੂੰ ਉਸ ਨਾਵਲ ਰੀਡ ਕਰਨ ਤੋਂ ਬਾਅਦ ਇੱਕ ਐਸੇ ਲਿਖਣ ਲਈ ਕਿਹਾ ਜਾਂਦਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੇ ਵਿਊਜ਼ ਦੇਣੇ ਆ ਔਨ ਦ ਨਾਵਲ। what is this known as a reading activity? ਹੁਣ ਇਸ ਰੀਡਿੰਗ ਐਕਟੀਵਿਟੀ ਨੂੰ ਕੀ ਕਿਹਾ ਜਾਂਦਾ ਹੈ? ਨੰਬਰ 1 ਹੈਗਾ ਇੰਟੈਂਸਿਵ ਰੀਡਿੰਗ, ਨੰਬਰ 2 ਹੈਗਾ ਐਕਸਟੈਂਸਿਵ ਰੀਡਿੰਗ, ਨੰਬਰ 3 ਹੈਗਾ ਰੀਡਿੰਗ ਫॉर ਇਨਫੋਰਮੇਸ਼ਨ ਐਂਡ ਨੰਬਰ 4 ਹੈਗਾ ਸਕੈਨਿੰਗ। ਹੁਣ ਇਹਦਾ ਜਿਹੜਾ ਤੁਹਾਡਾ ਆਨਸਰ ਹੈ ਉਹ ਤੁਹਾਡਾ ਰਹੇਗਾ ਆਨਸਰ ਨੰਬਰ 2, ਐਕਸਟੈਂਸਿਵ ਰੀਡਿੰਗ। ਹੁਣ ਐਕਸਟੈਂਸਿਵ ਰੀਡਿੰਗ ਬੇਸਿਕਲੀ ਇੱਕ ਕਲਾਸਰੂਮ ਐਕਟੀਵਿਟੀ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਲਰਨਰਸ ਜੋ ਵੀ ਕੁਛ ਰੀਡ ਕਰਦੇ ਆ ਉਹਨੂੰ ਇੰਜੋਏ ਕਰਨ ਅਤੇ ਇੱਕ ਜਨਰਲ ਰੀਡਿੰਗ ਸਕਿੱਲ ਆਪਣਾ ਡਿਵੈਲਪ ਕਰ ਸਕਣ। ਜਨਰਲ ਰੀਡਿੰਗ ਸਕਿੱਲ, ਜਦੋਂ ਵੀ ਅਸੀਂ ਕੋਈ ਵੀ ਚੀਜ਼ ਪੜ੍ਹਦੇ ਹਾਂ ਔਰ ਉਹ ਪੜ੍ਹਨ ਤੋਂ ਬਾਅਦ ਅਸੀਂ ਆਪਣੇ ਇੱਕ ਓਪੀਨੀਅਨ ਦਿੰਦੇ ਹਾਂ ਤਾਂ ਸਾਡਾ ਜਿਹੜਾ ਰੀਡਿੰਗ ਸਕਿੱਲ ਹੁੰਦਾ ਉਹ ਕੀ ਹੁੰਦਾ, ਇਨਹੈਂਸ ਹੁੰਦਾ, ਵੱਧਦਾ। ਉਹਨੂੰ ਅਸੀਂ ਐਕਸਟੈਂਸਿਵ ਰੀਡਿੰਗ ਕਿਹਾ ਜਾਂਦਾ ਹੈ। ਦੈਟਸ ਵਾਈ ਇਹ ਜ਼ਿਆਦਾ ਥੋੜ੍ਹੀ ਓਵਰਲੁੱਕ ਕੀਤੀ ਜਾਂਦੀ ਹੈ, ਸਪੈਸ਼ਲੀ ਅ ਕਲਾਸਰੂਮ ਐਕਟੀਵਿਟੀ। ਯੂਜੂਲੀ ਕਲਾਸਰੂਮ ਦੇ ਵਿੱਚ ਜ਼ਿਆਦਾ ਇਹ ਐਕਟੀਵਿਟੀ ਕਰਾਈ ਜਾਂਦੀ ਹੈ, ਐਕਸਟੈਂਸਿਵ ਰੀਡਿੰਗ। ਕੋਈ ਵੀ ਤੁਹਾਨੂੰ ਇੱਕ ਪੈਰਾਗ੍ਰਾਫ ਦੇ ਦਿੱਤਾ ਜਾਏਗਾ, ਬੁੱਕ ਦੇ ਦਿੱਤੀ ਜਾਏਗੀ ਜਾਂ ਕੋਈ ਵੀ ਚੀਜ਼ ਪੜ੍ਹਨ ਲਈ ਦੇ ਦਿੱਤੀ ਜਾਏਗੀ, ਟੌਪਿਕ ਦੇ ਦਿੱਤਾ ਜਾਏਗਾ, ਉਹ ਰੀਡ ਕਰਨ ਤੋਂ ਬਾਅਦ ਤੁਸੀਂ ਆਪਣਾ ਇੱਕ ਵਿਊ ਪੁਆਇੰਟ ਲਿਖੋਗੇ ਵੀ ਮੈਂ ਇਹਦੇ ਵਿੱਚੋਂ ਆਹ ਪੜ੍ਹਿਆ, ਮੈਨੂੰ ਆਹ ਚੀਜ਼ ਸਹੀ ਲੱਗੀ, ਮੈਨੂੰ ਆਹ ਚੀਜ਼ ਨਹੀਂ ਸਹੀ ਲੱਗੀ। ਉਹ ਰੀਡ ਕਰਨ ਤੋਂ ਬਾਅਦ ਜੋ ਤੁਸੀਂ ਆਪਣਾ ਇੱਕ ਵਿਊ ਦਿੰਦੇ ਹੋ ਉਹਨੂੰ ਅਸੀਂ ਐਕਸਟੈਂਸਿਵ ਰੀਡਿੰਗ ਕਹਿੰਦੇ ਹਾਂ। So that's all with the paper.